मित्र प्यारे हाल मुरीदा दा कहना। ਹੁਕਮਨਾਮਾ ਹੋਇਆ ਹੈ। ਸੋ ਹੁਕਮਨਾਮੇ ਦੀ ਕਥਾ ਭਾਈ ਸਭਾਈ ਅਵਤਾਰ ਸਿੰਘ ਜੀ ਕੈਨੇਡਾ ਵਾਲੇ ਕਰਨਗੇ। ਸੋ ਮਾਤਾ ਮਹਿੰਦਰਪਾਲ ਕੋ ਟਾਟਾ ਨਗਰ ਤੋਂ 51,000 ਰੁਪਈਆ ਅਰਦਾਸ ਕਰਾਉਂਦੇ ਨੇ। ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ। ਹੁਕਮਨਾਮੇ ਦੀ ਕਥਾ ਭਾਈ ਸਭਾਈ ਅਵਤਾਰ ਸਿੰਘ ਜੀ। श्री वाहिगुरु जी। एक ओंकार सतनाम करता पुरख निर्भओ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। श्री गुरु शब्द कमाए जिन जीते पंच विकार। तिन संतन को बंदना सिर चरणन पर तार। जिना सास विरास न विसरै हर नामा मन मंत। धन से सही नानका पूरण सोई संत। सज्जन सचा पातशाहो सिर शाहांद शाहो। जिस पास बैठिया सोहीऐ सबना दा वेसाहो। जिस पास बैठिया सोहीऐ सबना दा वेसाहो। वाहिगुरु जी का खालसा वाहिगुरु जी की फतेह। जुग हो जुग अटल चबर छतर तख्त के मालिक दीन दुनिया के वाली साहिब गरीब नवाज धन धन श्री गुरु ग्रंथ साहिब सच्चे पातशाह जी महाराज दे पावन पवित्र मुबारक चरणा कबलां पास हाजरियां पर रही गुरु स्वरूप गुरु खालसा साध संगत जी। सतगुरु साहिब जी की महान कृपालता हुई है। महापुरुष संत बाबा इंद्र सिंह जी रब जी बेदी साहब, महापुरख संत बाबा हरभजन दास जी, तिन्हां दी सालाना बरसी मनाउंदियां होया महापुरख संत बाबा अर्जन सिंह जी तिन्हां दे उद्यम अते समूह संगतां दे सहयोग सदका गुरु ग्रंथ साहिब महाराज सच्चे पातशाह जी की छत्र छाया हेठ पंज ਸਿੰਘਾਂ ਦੀ अगवाई हेठ नगर कीर्तन संपन्न होए ਹਨ। आप जी समूह संगतां ने प्रेम नाल बहुत ही सत्कारयोग ज्ञानी सतनाम सिंह जी के तिन्हां ने प्रेम नाल सतगुरां दे हुक्मनामा साहब आप जी नूं सरवण कराए ने। महापुरखां दा हुक्म होया है जो श्री मुखवाक सतगुरां ने बख्शिश कीते तिन्हां दी विचार आप जी नाल सांझी कीती जाए। जितनियां भी संगतां बैठियां हन सारे करो किरपा सुरतियां बिरतियां सतगुरां दे चरनां विच जोड़ो, एकाग्रता बनाओ। दास ने रात भी बेनती कीती सी धर्म गुरबाणी मन का विशा है।
ਜਿਸ ਕਰਮ ਦੇ ਵਿੱਚ ਮਨ ਨਾ ਹੋਵੇ ਉਹ ਕਰਮ ਸਫਲਾ ਨਹੀਂ। ਕਰਮ ਉਹੀ ਸਫਲਾ ਹੈ ਜਿਹਦੇ ਵਿੱਚ ਮਨ ਹੋਵੇ। ਬਾਣੀ ਪੜ੍ਹੀਏ, ਕਥਾ ਸੁਣੀਏ, ਚਾਹੇ ਕੀਰਤਨ ਸੁਣੀਏ, ਜੋ ਸਰਵਣ ਕਰ ਰਹੇ ਆ, ਅਗਰ ਉਹਦੇ ਵਿੱਚ ਮਨ ਹੈ ਤੇ ਉਹ ਲਿਖਿਆ ਜਾਏ। ਸੋ ਆਓ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਰਸਨਾ ਪਵਿੱਤਰ ਕਰੋ। ਪ੍ਰੇਮ ਸਹਿਤ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਪਾਵਨ ਪਵਿੱਤਰ ਹੁਕਮਨਾਮਾ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੀ ਮੁਬਾਰਕ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਰਾਗ ਧਨਾਸਰੀ ਅੰਦਰ ਸ਼ੋਭਤ ਹੈ। ਅਸਲ ਵਿੱਚ ਹੁਕਮਨਾਮਾ ਹੈ ਕਿ ਇਹ ਜਾਣਨਾ ਬੜਾ ਜ਼ਰੂਰੀ ਹੈ। ਹੁਕਮਨਾਮਾ ਕਹਿੰਦੇ ਕਿਹਨੂੰ ਹੈ? ਪਹਿਲੀ ਦਫਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਦੋਂ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ, ਪਹਿਲੀ ਦਫਾ ਉੱਥੇ ਸ੍ਰੀ ਮੁਖਵਾਕ ਲਿਆ ਗਿਆ। ਸਤਿਗੁਰਾਂ ਦਾ ਹੁਕਮ ਸੀ, ਬਾਬਾ ਬੁੱਢਾ ਲਿਹੋ ਆਵਾਜ਼। ਉਹਨਾਂ ਨੇ ਸ਼ਬਦ ਵਰਤਿਆ ਵੀ ਆਵਾਜ਼ ਲਓ, ਮੁਖਵਾਕ ਲਓ, ਹੁਕਮਨਾਮਾ ਲਓ। ਜੈਸੇ ਜਫਰਨਾਮਾ ਕਲਗੀਧਰ ਜੀ ਨੇ ਉਚਾਰਨ ਕੀਤਾ ਹੈ, ਜਫਰਨਾਮਾ ਜਿੱਤ ਦੀ ਚਿੱਠੀ। ਹੁਕਮਨਾਮੇ ਦਾ ਭਾਵ ਹੁੰਦਾ ਕਿ ਆਗਿਆ ਦੀ ਚਿੱਠੀ, ਜੋ ਗੁਰੂ ਦੀ ਆਗਿਆ ਹੈ, ਜੋ ਗੁਰੂ ਦਾ ਹੁਕਮ ਹੈ। ਹੁਕਮ ਕਮਾਉਣ ਵਾਸਤੇ ਹੁੰਦਾ ਹੈ, ਕੇਵਲ ਸੁਣਨ ਵਾਸਤੇ ਨਹੀਂ ਹੁੰਦਾ। ਸਰਕਾਰੇ ਦਰਬਾਰੇ ਜਿੱਥੋਂ ਹੁਕਮਨਾਮਾ ਨਿਕਲਦਾ ਹੈ, ਉਹ ਹੁਕਮਨਾਮਾ ਮੰਨਣ ਵਾਸਤੇ ਹੀ ਹੁੰਦਾ ਹੈ। ਸਤਿਗੁਰਾਂ ਨੇ ਜੋ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਸਿੱਖ ਦੀ ਕਮਾਈ ਕਰਨ ਵਾਸਤੇ ਹੁੰਦਾ ਹੈ। ਇਹਨੂੰ ਇਸ ਤਰ੍ਹਾਂ ਸਮਝ ਲਓ, ਜਦੋਂ ਅਸੀਂ ਕਿਸੇ ਕੋਲ ਜਾ ਕੇ ਸਵਾਲ ਕਰੀਏ ਤੇ ਜਵਾਬ ਨਾ ਲਈਏ ਤੇ ਕੀਤੇ ਹੋਏ ਸਵਾਲ ਦਾ ਕੋਈ ਲਾਭ ਨਹੀਂ ਹੁੰਦਾ। ਮੈਂ ਸਵਾਲ ਤਾਂ ਕੀਤਾ ਪਰ ਮੈਂ ਜਵਾਬ ਨਹੀਂ ਲੈ ਕੇ ਗਿਆ। ਗੁਰੂ ਦੇ ਅੱਗੇ ਮੈਂ ਹੱਥ ਜੋੜ ਕੇ ਗੁਰੂ ਨੂੰ ਸਵਾਲ ਵੀ ਕੀਤੇ ਨੇ। ਮੈਂ ਆਪਣੀ ਮੰਗ ਵੀ ਗੁਰੂ ਦੇ ਸਨਮੁਖ ਰੱਖੀ ਹੈ, ਪਰ ਮੈਂ ਜਵਾਬ ਨਹੀਂ ਲੈ ਕੇ ਗਿਆ ਕਿ ਗੁਰੂ ਕੀ ਕਹਿੰਦਾ। ਹੁਕਮਨਾਮੇ ਅੰਦਰ ਸਤਿਗੁਰੂ ਹੁਕਮ ਦਿੰਦੇ ਨੇ ਕਿ ਜੋ ਤੂੰ ਅਰਦਾਸ ਕਰਨ ਵਾਸਤੇ ਆਇਆ, ਮੰਗਣ ਵਾਸਤੇ ਆਇਆ, ਜਾਂ ਕੁਝ ਕਹਿਣ ਆਇਆ, ਕੁਝ ਲੈਣ ਆਇਆ, ਜਾਂਦੀ ਵਾਰੀ ਮੇਰਾ ਜਵਾਬ ਵੀ ਲੈ ਕੇ ਜਾਏ ਕਿ ਮੈਂ ਤੇਰੇ ਵਾਸਤੇ ਕੀ ਚਾਹੁੰਦਾ ਹਾਂ। ਪਹਿਲਾ ਪੱਖ ਇਹ ਹੈ ਕਿ ਸਤਿਗੁਰੂ ਹਰ ਇੱਕ ਗੁਰਸਿੱਖ ਨੂੰ ਨਾਮ ਜਪਣ ਦਾ ਹੀ ਹੁਕਮ ਦਿੰਦੇ ਨੇ। ਹੁਕਮਨਾਮਾ ਚੰਗਾ ਜਾਂ ਮਾੜਾ, ਇਹ ਗੱਲਾਂ ਅਕਸਰ ਸੁਣਨ ਨੂੰ ਮਿਲਦੀਆਂ ਨੇ। ਹੁਕਮਨਾਮਾ ਨਾ ਚੰਗਾ ਹੁੰਦਾ ਤੇ ਨਾ ਮਾੜਾ ਹੁੰਦਾ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਸਤ ਹੈ। ਰਾਗ ਮਲਾਰ, ਬਾਣੀ ਸਤ ਸਰੂਪ ਹੈ। ਜੋ ਅਸੀਂ ਅਰਦਾਸ ਕੀਤੀ ਹੁਕਮਨਾਮੇ ਦੇ ਵਿੱਚ ਸਤਿਗੁਰੂ ਜਵਾਬ ਦਿੰਦੇ ਨੇ ਕਿ ਸਿੱਖਾ ਤੇਰੇ ਆਹ ਸਵਾਲ, ਇਹ ਕੁਝ ਤੂੰ ਮੰਗਣ ਆਇਆ ਤੇ ਮੇਰੀ ਗੱਲ ਪੱਲੇ ਬੰਨ੍ਹ ਕੇ ਜਾਈ। ਜੋ ਮੈਂ ਕਹਿਣਗਾ ਤੈਨੂੰ, ਜੇ ਉਹ ਕਮਾਏਗਾ ਤੇ ਤੇਰੀ ਚਾਹਤ ਪੂਰੀ ਹੋਵੇਗੀ। ਮੈਂ ਡਾਕਟਰ ਕੋਲ ਜਾਵਾਂ ਤੇ ਆਪਣਾ ਰੋਗ ਸੁਣਾ ਕੇ ਪਿੱਛੇ ਮੁੜ ਆਵਾਂ ਤੇ ਉਹਦੀ ਗੱਲ ਨਾ ਸੁਣਾ, ਜਾਂ ਮੈਂ ਦਵਾਈ ਤਾਂ ਲੈ ਲਈ, ਮੈਂ ਖਾਵਾਂ ਨਾ, ਤੇ ਮੇਰਾ ਰੋਗ ਕਿੱਥੋਂ ਮਿਟੇਗਾ। ਫਿਰ ਦੋਸ਼ ਅਸੀਂ ਅਰਦਾਸ 'ਚ ਕੱਢ ਦਿੰਦੇ ਹਾਂ ਵੀ ਬੜੀਆਂ ਅਰਦਾਸਾਂ ਕੀਤੀਆਂ। ਅਰਦਾਸਾਂ ਤਾਂ ਕੀਤੀਆਂ ਪਰ ਹੁਕਮਨਾਮਾ ਨਹੀਂ ਕਮਾ ਸਕੇ, ਮੈਨੂੰ ਖਿਮਾ ਕਰੇ। ਜੇ ਕਿਤੇ ਸਿੱਖ ਹੁਕਮਨਾਮਾ ਕਮਾਉਂਦਾ ਤੇ ਅਰਦਾਸ ਖਾਲੀ ਕਿਵੇਂ ਜਾਂਦੀ। ਜੋ ਗੁਰੂ ਸਾਹਿਬ ਹੁਕਮਨਾਮੇ ਵਿੱਚ ਸਿੱਖ ਦੀ ਝੋਲੀ ਵਿੱਚ ਪਾਉਂਦੇ ਨੇ, ਜੇ ਸਿੱਖ ਉਹ ਝੋਲੀ ਭਰਾ ਕੇ ਲੈ ਕੇ ਜਾਂਦਾ
ਤੇ ਜੋ ਸਤਿਗੁਰਾਂ ਨੇ ਕਿਹਾ ਉਹਨੂੰ ਕਮਾਉਣ ਦਾ ਯਤਨ ਕਰਦਾ ਤੇ ਫਿਰ ਸਿੱਖ ਦਾ ਕਿਹਾ ਹੋਇਆ, ਸਿੱਖ ਦੀ ਕੀਤੀ ਅਰਦਾਸ, ਸਿੱਖ ਦੀ ਘਾਲਣਾ ਗੁਰੂ ਥਾਏ ਪਾ ਦਿੰਦਾ। ਸਤਿਗੁਰ ਜੀ ਕਹਿੰਦੇ ਨੇ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਨਾ। ਉਹਨਾਂ ਦਾ ਗਾਵਿਆ, ਉਹਨਾਂ ਦਾ ਸੁਣਿਆ ਹੋਇਆ ਥਾਏ ਪੈ ਜਾਂਦਾ, ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਈ। ਗੱਲ ਹੁਕਮਨਾਮੇ ਤੋਂ ਹੀ ਸ਼ੁਰੂ ਹੋਣੀ ਹੈ। ਸਮਾਂ ਬੜਾ ਸੀਮਤ ਜਿਹਾ ਦਾਸ ਦਾ, ਤੇ ਕੇਵਲ ਅਖਰੀ ਵਿਚਾਰਾਂ ਦੀ ਸਾਂਝ ਆਪ ਜੀ ਨਾਲ ਪਾਉਣੀ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਹੇ ਵਾਹਿਗੁਰੂ, ਆਪ ਜੀ ਸਮੂਹ ਸੰਸਾਰ ਨੂੰ ਦਾਤਾਂ ਦੇਣ ਵਾਲੇ ਦਾਤੇ ਹੋ। ਸਾਰਿਆਂ ਦੀ ਪ੍ਰਤਪਾਲਨਾ ਕਰਦੇ ਹੋ, ਦਾਤ ਵੀ ਦਿੰਦੇ ਹੋ, ਪਾਲਦੇ ਵੀ। ਇਹ ਤਿੰਨ ਤਰ੍ਹਾਂ ਦੀ ਕਿਰਿਆ ਹੁੰਦੀ ਹੈ, ਜਨਮ ਦੇਣਾ, ਪਾਲਣਾ ਤੇ ਮਾਰਨਾ। ਜਨਮ ਦੇਣ ਵਾਲਾ ਪਰਮੇਸ਼ਰ ਹੈ, ਪਾਲਣ ਵਾਲਾ ਪਰਮੇਸ਼ਰ ਹੈ, ਸੰਘਾਰ ਕਰਨ ਵਾਲਾ ਵੀ ਪਰਮੇਸ਼ਰ ਹੈ। ਜੈਸੇ ਸਨਾਤਨ ਮਤ ਦੇ ਵਿੱਚ ਸ਼ਿਵ ਨੂੰ ਸੰਘਾਰ ਕਰਤਾ ਮੰਨਿਆ ਜਾਂਦਾ, ਵੀ ਉਹ ਮਾਰਦਾ ਹੈ। ਵਿਸ਼ਨੂੰ ਜੀ ਪਾਲਦੇ ਨੇ, ਬ੍ਰਹਮਾ ਸ੍ਰਿਸ਼ਟੀ ਬਣਾਉਂਦਾ। ਮਹਾਰਾਜ ਕਹਿੰਦੇ ਏਡਾ ਵੱਡਾ ਵਖਰੇਵਾ ਕਿਉਂ? ਪਰਮੇਸ਼ਰ ਤਾਂ ਇੱਕ ਹੈ, ਤੇ ਤੁਸੀਂ ਵਖਰੇਵਾ ਪਾਇਆ ਹੋ ਵੀ ਇੱਕ ਬਣਾਉਣ ਵਾਲਾ, ਇੱਕ ਪਾਲਣ ਵਾਲਾ, ਇੱਕ ਮਾਰਨ ਵਾਲਾ। ਮਹਾਰਾਜ ਕਹਿੰਦੇ ਇੱਕ ਓੰਕਾਰ, ਉਹ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਤਿੰਨ ਤਰ੍ਹਾਂ ਦੀ ਕਿਰਿਆ ਇੱਕੋ ਹੀ ਕਰਦਾ ਹੈ। ਪਾਲਦਾ ਵੀ ਆਪ ਹੈ, ਸੰਘਾਰਦਾ ਵੀ ਆਪ ਹੈ, ਸਾਰਿਆਂ ਨੂੰ ਪੈਦਾ ਵੀ ਪਰਮੇਸ਼ਰ ਆਪ ਕਰਦਾ ਹੈ। ਦਾਤਾ ਹੈ, ਸਭ ਦੀ ਝੋਲੀ ਭਰਦਾ ਹੈ। ਬਸ ਸ਼ਰਤ ਹੈ ਕਿ ਗੁਰੂ ਦੇ ਦਰ ਤੇ ਆਉਣ ਵਾਲਾ ਮਨੁੱਖ ਭਾਂਡਾ ਲੈ ਕੇ ਆਵੇ। ਜਿਹੋ ਜਿਹਾ ਭਾਂਡਾ ਹੋਵੇਗਾ, ਜਿਹੋ ਜੀ ਝੋਲੀ ਅੱਡ ਕੇ ਆਵਾਂਗੇ, ਦਾਤ ਵੀ ਉਦਾਂ ਦੀ ਪਏਗੀ। ਭਰਤਰੀ ਜੀ ਆਪਣੇ ਗ੍ਰੰਥ ਵਿਰਾਗ ਸ਼ਤਕ ਵਿੱਚ ਇੱਕ ਜ਼ਿਕਰ ਕਰਦੇ ਨੇ ਵੀ ਇੱਕ ਮਾਈ 5-7 ਬੀਬੀਆਂ ਦੇ ਨਾਲ ਦਰਿਆ ਦੇ ਕੰਢੇ ਤੇ ਪਾਣੀ ਲੈਣ ਵਾਸਤੇ ਗਈ। ਕਿਸੇ ਮਾਈ ਕੋਲ ਇੱਕ ਘੜਾ, ਕਿਸੇ ਕੋਲ 2, ਕਿਸੇ ਕੋਲ 4, ਕਿਸੇ ਕੋਲ 5। ਉਹਨਾਂ ਨੇ ਜਾ ਕੇ ਦਰਿਆ ਦੇ ਕੰਢੇ ਤੋਂ ਪਾਣੀ ਦੇ ਘੜੇ ਭਰ ਲਏ। ਜਿਹਦੇ ਕੋਲ 2 ਸਨ ਉਹਨੇ 2 ਭਰ ਲਏ, ਜਿਹਦੇ ਕੋਲ 3 ਉਹਨੇ 3 ਭਰ ਲਏ। ਜਿਸ ਬੀਬੀ ਨੇ ਇਹ ਕੌਤਕ ਵੇਖਿਆ, ਹੈ ਤਾਂ ਉਹ ਵੀ ਨਾਲ ਸੀ, ਪਰ ਉਹਦੇ ਕੋਲ ਨਾ ਭਾਂਡਾ ਛੋਟਾ ਜਿਹਾ ਸੀ। ਉਹਨੇ ਦਰਿਆ ਦੇ ਵਿੱਚੋਂ ਆਪਣਾ ਬਰਤਨ ਭਰਿਆ ਤੇ ਨਾਲ ਹੀ ਤਾਨਾ ਮਾਰ ਦਿੱਤਾ, ਬਸ ਤੇਰੇ ਕੋਲ ਮੇਰੇ ਲਈ ਇੰਨਾ ਹੀ ਪਾਣੀ ਸੀ। ਕਿਸੇ ਦੇ 2 ਘੜੇ ਭਰ ਦਿੱਤੇ, ਕਿਸੇ ਦੇ 4 ਭਰ ਦਿੱਤੇ, ਮੇਰੇ ਲਈ ਇੰਨਾ ਹੀ ਪਾਣੀ ਸੀ। ਉੱਥੇ ਭਰਤਰੀ ਬੈਠੇ ਬੜੇ ਹੈਰਾਨ ਹੋਏ ਵੀ ਕਮਾਲ ਦੀ ਗੱਲ ਹੈ, ਕਸੂਰ ਦਰਿਆ ਦਾ। ਭਾਂਡਾ ਤੇਰਾ ਆਪਣਾ ਛੋਟਾ ਹੈ, ਕਸੂਰ ਦਰਿਆ ਦਾ ਕੱਢ ਦਿੱਤਾ। ਦਰਿਆ ਦਾ ਕਸੂਰ ਨਹੀਂ, ਕਸੂਰ ਤੇਰੇ ਭਾਂਡੇ ਦਾ ਹੈ। ਤੇਰਾ ਭਾਂਡਾ ਛੋਟਾ, ਦਰਿਆ ਤਾਂ ਵਹਿ ਰਿਹਾ ਹੈ। ਜਿੰਨੇ ਭਾਂਡੇ ਲੈ ਕੇ ਆਵੇਂਗੀ ਓਨੇ ਹੀ ਭਰ ਕੇ ਲੈ ਜਾਏਂਗੀ। ਦਰਿਆ ਕਦੇ ਮਨਾ ਨਹੀਂ ਕਰੇਗਾ ਵੀ ਤੈਨੂੰ ਇੰਨਾ ਕੀ ਪਾਣੀ ਦੇਣਾ। ਉਹ ਕਿਸੇ ਨਾਲ ਦਵੰਜ ਨਹੀਂ ਕਰਦਾ। ਪਰਮੇਸ਼ਰ ਦਾ ਘਰ ਪਦਾਰਥਾਂ ਦੀਆਂ ਦਾਤਾਂ ਦੇ ਨਾਲ ਇੱਥੇ ਵਹਿ ਰਿਹਾ ਹੈ। ਇੱਥੇ ਉਹਦੀਆਂ ਦਾਤਾਂ ਦੀਆਂ ਨਦੀਆਂ ਵਹਿ ਰਹੀਆਂ, ਦਰਿਆ ਵਹਿ ਰਹੇ ਨੇ। ਜਿਤਨਾ ਕੁ ਭਾਂਡਾ ਅਸੀਂ ਲੈ ਕੇ ਆਉਂਦੇ ਹਾਂ, ਓਨੀ ਕੀ ਦਾਤ ਉਹਦੇ ਵਿੱਚ ਪੈ ਜਾਂਦੀ ਹੈ। ਜਿੰਨਾ ਵਿਸ਼ਾਲ ਹਿਰਦਾ ਸਿੱਖ ਦਾ ਹੋਵੇਗਾ, ਉਤਨੀਆਂ ਦਾਤਾਂ ਗੁਰੂ ਦੇ ਚਰਨਾਂ ਵਿੱਚੋਂ ਲੈ ਕੇ ਜਾਏਗਾ। ਬਾਣੀ ਦਾ ਇੱਕ ਬਚਨ ਵੀ ਆਉਂਦਾ, ਉਂਦਾ ਭਾਂਡਾ ਕਿਛ ਨਾ ਸਮਾਵੈ, ਸਿੱਧਾ ਹੀ ਅੰਮ੍ਰਿਤ ਪਰੈ ਨਿਹਾਰ। ਜਿਹੜਾ ਭਾਂਡਾ ਪਹਿਲਾਂ ਹੀ ਉਲਟਾ ਹੈ ਨਾ, ਉਹਦੇ ਵਿੱਚ ਕੀ ਆਉਣਾ? ਜਿਹੜਾ ਭਾਂਡਾ ਸਿੱਧਾ ਦਾਤ ਤਾਂ ਉਹਦੇ ਵਿੱਚ ਹੀ ਪੈਣੀ ਹੈ। ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਆਈਏ ਤੇ ਸਿੱਖ ਆਪਣੇ ਹਿਰਦੇ ਦਾ ਭਾਂਡਾ ਵਿਸ਼ਾਲ ਕਰਕੇ ਆਵੇ
ਜਿਹੜੇ ਹਿਰਦੇ ਦੇ ਭਾਂਡੇ ਨੂੰ ਇੱਥੇ ਵਿਸ਼ਾਲ ਕਰਕੇ ਆਉਣਗੇ, ਸਤਿਗੁਰੂ ਦੀਆਂ ਝੋਲੀਆਂ ਜ਼ਰੂਰ ਭਰਨਗੇ, ਖਾਲੀ ਨਹੀਂ ਕੋਈ ਮੁੜੇਗਾ। ਮੈਨੂੰ ਖਿਮਾ ਕਰਿਓ, ਖਾਲੀ ਮੁੜਨ ਵਾਲਾ ਵੀ ਜਿਹੜਾ ਇਨਸਾਨ ਹੈ, ਸ਼ਾਇਦ ਉਹ ਆਪਣਾ ਭਾਂਡਾ ਸਹੀ ਕਰਕੇ ਨਹੀਂ ਆਇਆ ਗੁਰੂ ਦੇ ਘਰ ਵਿੱਚ, ਤਾਂ ਖਾਲੀ ਮੁੜ ਗਿਆ। ਕਈ ਵਾਰੀ ਜਦੋਂ ਦਾਤ ਨਹੀਂ ਮਿਲਦੀ ਤੇ ਬੰਦਾ ਗਿਲਾ ਕਰਦਾ। ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਪੜ੍ਹਦਿਆਂ ਇੱਕ ਗੱਲ ਦੀ ਸੋਝੀ ਪਈ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਜਦੋਂ ਕੋਈ ਦਾਤ ਸਿੱਖ ਮੰਗਦਾ ਤੇ ਮੈਂ ਨਹੀਂ ਦਿੰਦਾ ਤੇ ਮੈਨੂੰ ਇਉਂ ਜਾਪਦਾ ਕਿ ਇਸ ਗੱਲ ਕਰਕੇ ਸਿੱਖ ਦਾ ਨੁਕਸਾਨ ਹੋਵੇਗਾ। ਜਿਸ ਗੱਲ ਕਰਕੇ, ਜਿਸ ਪਦਾਰਥ ਕਰਕੇ ਸਿੱਖ ਦਾ ਨੁਕਸਾਨ ਹੁੰਦਾ, ਉਹ ਚੀਜ਼ ਮੈਂ ਉਹਨੂੰ ਦਿੰਦਾ ਹੀ ਨਹੀਂ। ਛੋਟਾ ਜਿਹਾ ਬੱਚਾ ਹੈ, ਤੁਸੀਂ ਛੁਰੀ ਦੇ ਦਿਓਗੇ ਉਹਨੂੰ? ਪਤਾ ਵੀ ਬੇਸਮਝ ਹੈ। ਛੋਟੇ ਬੱਚੇ ਨੂੰ ਨੁਕੀਲੀ ਚੀਜ਼ ਨਹੀਂ ਫੜਾਓਗੇ, ਹਮੇਸ਼ਾ ਗੁਰੇਜ਼ ਕਰੋਗੇ ਕਿ ਇਹ ਚੀਜ਼ ਜਿਹੜਾ ਬੱਚਾ ਹੈ ਉਹ ਨਾਮ ਪਕੜੇ, ਉਹਦਾ ਨੁਕਸਾਨ ਹੋਵੇ। ਤੇ ਸਤਿਗੁਰੂ ਵੀ ਸਿੱਖ ਨੂੰ ਚੀਜ਼ ਉਹੀ ਦਿੰਦੇ ਜਿਹਦੇ ਵਿੱਚ ਸਿੱਖ ਦਾ ਭਲਾ ਹੋਵੇ। ਮੇਰਾ ਗਿਲਾ ਤਾਂ ਹੋ ਸਕਦਾ ਮੈਨੂੰ ਇਹ ਨਹੀਂ ਮਿਲਿਆ, ਪਰ ਸਤਿਗੁਰੂ ਉਹਦੇ ਵਿੱਚ ਸਿੱਖ ਦਾ ਭਲਾ ਹੀ ਸੋਚਦੇ ਹੁੰਦੇ ਨੇ। ਮਹਾਰਾਜ ਜੀ ਕਹਿੰਦੇ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੁਸੀਂ ਦਾਤੇ ਹੋ, ਸੰਸਾਰ ਦੇ ਸਮੂਹ ਜੀਵਨ ਦੇ ਪ੍ਰਤਪਾਲਕ ਹੋ, ਨਾਇਕ ਸਾਰਿਆਂ ਦੇ ਆਗੂ ਹੋ। ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਆਗੂ ਜਾਣੀਐ ਬਾਹ ਪਕੜ ਅੰਧਲੇ ਉਦਾਰੇ। ਗੁਰੂ ਨੂੰ ਆਗੂ ਜਾਣੋ, ਜਿਹਨੇ ਬਾਹ ਫੜ ਕੇ ਅੰਨਿਆਂ ਨੂੰ ਸੰਸਾਰ ਤੋਂ ਤਾਰ ਦਿੱਤਾ। ਕਿਉਂਕਿ ਆਗੂ ਅੰਨਾ ਹੋਵੇ ਨਾ, ਉਹ ਸਾਰਿਆਂ ਨੂੰ ਡੋਬ ਦਿੰਦਾ ਹੈ। ਆਗੂ ਅੰਨਾ ਤੇ ਉਹਦੇ ਪਿੱਛੇ ਤੁਰਨ ਵਾਲੇ ਸਾਰੇ ਡੁੱਬ ਜਾਣਗੇ। ਜਿਹੜਾ ਆਗੂ ਸੁਜਾਖਾ ਸਿਆਣਾ ਹੈ, ਉਹ ਆਪ ਤਾਂ ਤਰੇਗਾ, ਆਪਣੇ ਨਾਲ ਦਿਆਂ ਨੂੰ ਵੀ ਤਾਰ ਲਏਗਾ। ਬਾਣੀ ਨੇ ਬਚਨ ਵੀ ਉਚਾਰਨ ਕੀਤਾ, ਆਪ ਡੁੱਬੇ ਚਾਹੋ ਵੇਦ ਮੈਂ ਚੇਲੇ ਦੀਏ ਬਹਾਏ। ਆਪ ਤਾਂ ਡੁੱਬ ਗਏ, ਚੇਲੇ ਵੀ ਰੁੜ ਦਿੱਤੇ ਨਾਲ। ਗੁਰੂ ਆਗੂ ਹੈ, ਜਿਹਦਾ ਇੱਕ ਵਾਰੀ ਸਤਿਗੁਰੂ ਕਿਰਪਾ ਕਰਕੇ ਹੱਥ ਫੜ ਲੈਣ, ਉਹਨੂੰ ਡੁੱਬਣ ਨਹੀਂ ਜੇ ਦਿੰਦੇ। ਗੁਰੂ ਇਹੋ ਜਿਹਾ ਆਗੂ ਹੈ। ਕਲਗੀਧਰ ਦਸ਼ਮੇਸ਼ ਪਿਤਾ ਆਪਣੀ ਪਾਵਨ ਬਾਣੀ ਸ੍ਰੀ ਸਰਬਲੋ ਵਿੱਚ ਇੱਕ ਬਚਨ ਲਿਖਦੇ ਕਿ ਖਾਲਸਾ ਜੀ, ਜਿਨ੍ਹਾਂ ਨੇ ਇੱਕ ਵਾਰ ਗੁਰੂ ਨਾਨਕ ਸਾਹਿਬ ਦਾ ਲੜ ਫੜ ਲਿਆ ਤੇ ਮੇਰੇ ਦਸਖਤ ਨੇ ਇਹ ਸ਼ਬਦ ਵਰਤਿਆ, ਮੈਂ ਉਸ ਸਿੱਖ ਨੂੰ ਕਦੇ ਡੁੱਬਣ ਨਹੀਂ ਦਿਆਂਗਾ। ਜੇ ਉਹ ਸਿੱਖ ਮੇਰੇ ਕਈ ਬਚਨਾਂ ਦੀ ਕਮਾਈ ਕਰੇਗਾ, ਮੈਂ ਉਹਨੂੰ ਸੰਸਾਰ ਤੋਂ ਹੀ ਤਾਰ ਦਿਆਂਗਾ। ਇਹ ਹੁੰਦਾ ਆਗੂ। ਹੇ ਵਾਹਿਗੁਰੂ, ਤੁਸੀਂ ਸਾਡੇ ਆਗੂ ਹੋ, ਸਾਡੇ ਖਸਮ ਹੋ, ਸਾਡੇ ਮਾਲਕ ਹੋ, ਅੱਠੇ ਪੈਰ ਸਾਡੀ ਰੱਖਿਆ ਕਰਨ ਵਾਲੇ ਹੋ, ਸਾਨੂੰ ਪਾਲਣ ਵਾਲੇ ਹੋ। ਹਾਂਜੀ। ਨਿਮਖ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਨਿਮਖ ਨਿਮਕ ਤੁਸੀਂ ਪਾਲਣਾ ਕਰ ਰਹੇ ਹੋ। ਹਰੇਕ ਸਵਾਸ ਸਵਾਸ ਪਰਮੇਸ਼ਰ ਸਾਨੂੰ ਪਾਲ ਰਹੇ ਆ। ਮਹਾਰਾਜ ਕਹਿੰਦੇ, ਜਿਹੜੇ ਸਰੀਰ ਵਿੱਚ ਸਵਾਸ ਚੱਲਦੇ ਨੇ, ਰੱਬ ਇਹਨਾਂ ਦੀ ਵੀ ਰੱਖਿਆ ਕਰਦਾ ਹੈ, ਉਹ ਸਵਾਸ ਨੂੰ ਵੀ ਪਾਲਦਾ। ਜੇ ਸਵਾਸ ਚੱਲਦੇ ਨੇ ਤੇ ਸਰੀਰ ਹੈ, ਸਵਾਸ ਨਾ ਚੱਲਣ ਤੇ ਸਰੀਰ ਮਿੱਟੀ ਦੀ ਢੇਰੀ ਹੈ, ਉਹ ਸਵਾਸ ਵੀ ਪਾਲਦਾ ਹੈ। ਇੱਕ ਮਨੁੱਖ ਇੱਕ ਵਕਤ ਕਿਸੇ ਨੂੰ ਪ੍ਰਸ਼ਾਦਾ ਦੇ ਕੇ ਤ੍ਰਿਪਤ ਕਰ ਸਕਦਾ ਹੈ, ਹਰ ਰੋਜ਼ ਨਹੀਂ। ਅੱਜ ਕਿਸੇ ਨੇ ਭੋਜਨ ਦਿੱਤਾ, ਅਗਲੇ ਦਿਨ ਉਹਦੇ ਔਗਣ ਵੇਖੇਗਾ ਤੇ ਅਸੀਂ ਕਵਾਂਗੇ ਜੀ ਫਲਾਣਾ ਮਾੜੇ ਕੰਮ ਕਰਦਾ, ਵੀ ਅਸੀਂ ਬੜੀ ਮਦਦ ਕੀਤੀ, ਉਹ ਬੜੇ ਬੁਰੇ ਕੰਮ ਕਰਦਾ। ਪਰਮਾਤਮਾ ਸਾਡੀ ਹਰੇਕ ਨਿਮਖ ਨਿਮਖ ਪ੍ਰਤਪਾਲਨਾ ਕਰਦਾ ਹੈ। ਕਦੇ ਉਸਨੇ ਵੀ ਸਾਡੇ ਔਗਣ ਵੇਖੇ ਨੇ? ਅਸੀਂ ਕਿੰਨੇ ਮਾੜੇ ਕੰਮ ਕਰਦੇ ਹਾਂ। ਚਲੋ ਸਰੀਰਕ ਤੌਰ ਤੇ ਨਹੀਂ ਕਰਦੇ ਹੋਵਾਂਗੇ, ਮਾਨਸਿਕ ਤੌਰ ਤੇ ਮਨ ਕਰਕੇ ਅਸੀਂ ਕਿਤਨਾ ਬੁਰਾ ਸੋਚਦੇ ਹੋਵਾਂਗੇ, ਕਿਤਨਾ ਬੁਰਾ ਵੇਖਦੇ ਹੋਵਾਂਗੇ, ਦੂਜੇ ਬਾਰੇ ਕਿੰਨਾ ਮਾੜਾ ਸੋਚਦੇ ਹੋਵਾਂਗੇ। ਪਾਪ ਤਾਂ ਉਹੀ ਹੈ ਨਾ ਜਿਹੜਾ ਮਨ ਨਾਲ ਕੀਤਾ ਜਾਏ। ਅਪਰਾਧ ਸਰੀਰ ਨਾਲ ਹੁੰਦਾ ਹੈ, ਪਾਪ ਮਨ ਦੇ ਨਾਲ ਹੁੰਦਾ ਹੈ। ਜੋ ਮਨ ਦੇ ਨਾਲ ਕੀਤਾ ਜਾ ਰਿਹਾ ਹੈ, ਉਸ ਦੇ ਉੱਪਰ ਪਰਮੇਸ਼ਰ ਦੀ ਪਕੜ ਹੈ। ਵਾਹਿਗੁਰੂ ਉਹਨੂੰ ਵੇਖ ਰਿਹਾ, ਪਰ ਕਦੇ ਉਹ ਪਰਮੇਸ਼ਰ ਨੇ ਸਾਡੇ ਔਗਣ ਨਹੀਂ ਚਿਤਾਰੇ। ਉਹ ਪਰਦਾ ਪਾਈ ਜਾਂਦਾ ਹੈ। ਪੁੱਤਰ ਗਲਤੀ ਵੀ ਕਰੇ ਨਾ, ਮਾਂ ਫਿਰ ਵੀ ਪਰਦਾ ਪਾਉਂਦੀ ਹੈ ਵੀ ਮੇਰਾ ਪੁੱਤਰ ਬੜਾ ਚੰਗਾ ਹੈ, ਭਾਵੇਂ ਉਹ ਲੱਖ ਗਲਤੀਆਂ ਕਰੇ। ਗੁਰੂ ਕਿਤਨਾ ਕੋ ਦਿਆਲੂ ਹੈ। ਮਨੁੱਖ ਔਗਣ ਕਰਦਾ, ਉਹ ਫਿਰ ਵੀ ਪਰਦਾ ਪਾਈ ਜਾਂਦਾ, ਫਿਰ ਵੀ ਪਰਦਾ ਪਾਈ ਜਾਂਦਾ।
ਮਹਾਰਾਜ ਕਲਗੀਧਰ ਜੀ ਲਿਖਦੇ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨੰਗਾਰੈ ਪਸ਼ ਪਸ਼ੂ ਨਗ ਨਾਗ ਨਰਾਤਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲਕੇ ਕਲਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪ੍ਰਦੇਤ ਨ ਹਾਰੈ। ਦੀਨਾਂ ਉੱਪਰ ਦਇਆ ਕਰਨ ਵਾਲਾ ਉਹ ਪ੍ਰਮਾਤਮਾ ਦਇਆ ਦਾ ਖਜ਼ਾਨਾ ਹੈ। ਉਹ ਸਾਡੇ ਦੋਸ਼ ਵੇਖਦਾ ਹੈ ਪਰ ਸਾਨੂੰ ਦਿੰਦਾ ਨਹੀਂ ਹਾਰਦਾ। ਉਹ ਫਿਰ ਵੀ ਸਾਨੂੰ ਦਾਤਾਂ ਦੇ ਰਿਹਾ। ਸਤਿਗੁਰੂ ਕਹਿੰਦੇ ਹੈ ਵਾਹਿਗੁਰੂ ਨਿਮਕ ਨਿਮਕ ਤੁਸੀਂ ਸਾਡੀ ਪ੍ਰਤਪਾਲਣਾ ਕਰਦੇ ਹੋ। ਹਮ ਬਾਰਕ ਤੁਮਰੇ ਧਾਰੇ, ਅਸੀਂ ਆਪ ਜੀ ਦੇ ਬਾਰਕ ਬੱਚੇ ਹਾਂ। ਆਪ ਜੀ ਦੇ ਧਾਰੇ ਦਾ ਭਾਵ ਆਸਰੇ ਰਹਿਣ ਵਾਲੇ, ਤੁਹਾਡੇ ਆਧਾਰ ਤੁਹਾਡੇ ਆਸਰੇ ਰਹਿਣ ਵਾਲੇ। ਹਾਂਜੀ। ਜਿਹਵਾ ਏਕ ਕਮਨ ਗੁਣ ਕਹੀਐ, ਹੇ ਵਾਹਿਗੁਰੂ ਮੇਰੀ ਜ਼ਬਾਨ ਇੱਕ ਹੈ। ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਆਪਣੀ ਇੱਕ ਜ਼ਬਾਨ ਦੇ ਨਾਲ ਬਿਆਨ ਕਰਾਂ। ਮੇਰੀ ਇੱਕ ਜ਼ਬਾਨ ਤੇਰੇ ਬੇਅੰਤ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ। ਮਹਾਰਾਜ ਕਲਗੀਧਰ ਜੀ ਲਿਖਦੇ ਨੇ ਕਿ ਹੇ ਵਾਹਿਗੁਰੂ ਆ ਦੁਨੀਆ ਦੇ ਵਿੱਚ ਜਿਹੜੇ ਸਾਗਰ ਨੇ ਇਹਨਾਂ ਦੀ ਮੈਂ ਸ਼ਾਹੀ ਬਣਾ ਕੇ 18 ਪਾਰ ਬਨਸਪਤੀ ਦੀ ਕਲਮ ਬਣਾ ਕੇ ਕਰੋੜਾਂ ਗਣੇਸ਼ ਦੇ ਹੱਥ ਮੈਂ ਤੇਰੀ ਸਿਫਤ ਲਿਖਣ ਵਿੱਚ ਵੀ ਲਾ ਦਿਆਂ ਨਾ, ਮੈਂ ਤਾਂ ਵੀ ਤੇਰੀ ਸਿਫਤ ਦਾ ਅੰਤ ਨਹੀਂ ਪਾ ਸਕਦਾ, ਤਾਂ ਵੀ ਤੇਰੇ ਗੁਣ ਨਹੀਂ ਲਿਖ ਸਕਦਾ। ਅਕਾਲ ਉਸਤਤ ਬਾਣੀ ਦੀ ਸਮਾਪਤੀ ਜਦੋਂ ਕਲਗੀਧਰ ਕਰਦੇ, ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਵੀ ਕਰਦੇ ਨੇ। ਮੈਂ ਤੇਰੀ ਵਡਿਆਈ ਦਾ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਜੇ ਦੁਨੀਆ ਦੇ ਵਿੱਚ ਜਿੰਨੇ ਵੀ ਸਮੁੰਦਰ ਨੇ, ਕਬੀਰ ਸਾਤ ਸਮੁੰਦ ਹੈ ਮਸ ਕਰੋ ਕਲਮ ਕਰੋ ਬਨਰਾਏ ਬਸਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ। 7 ਸਮੁੰਦਰਾਂ ਦੀ ਮੈਂ ਸ਼ਾਹੀ ਬਣਾ ਲਵਾਂ, ਮਸ ਨਾਮ ਸ਼ਾਹੀ ਦਾ ਹੁੰਦਾ। 18 ਭਾਰ ਬਨਸਪਤੀ ਦੀ ਮੈਂ ਕਲਮ ਬਣਾ ਲਵਾਂ। ਪਰ ਕਹਿੰਦੇ ਨੇ ਧਰਤੀ ਜਿਹੜੀ ਹੈ ਨਾ, ਤੇਰਾ ਜਸ ਲਿਖਣ ਲਈ ਇਹਨੂੰ ਕਾਗਜ਼ ਬਣਾ ਲਵਾਂ, ਬਸਦਾ ਕਾਗਜ਼ ਜੋ ਕਰੋ, ਪਰ ਮੈਂ ਤੇਰਾ ਜਸ ਨਹੀਂ ਲਿਖ ਸਕਦਾ। ਤੇਰਾ ਜਸ ਬੇਅੰਤ ਹੈ, ਸਭ ਕੁਝ ਸੀਮਤ ਹੈ, ਪਰ ਤੇਰਾ ਜਸ, ਤੇਰੀ ਵਡਿਆਈ, ਤੇਰੇ ਗੁਣ ਅਸੀਮਤ ਨੇ। ਜਿੱਥੇ ਇਤਨਾ ਕੁਝ ਹੋਵੇ ਤੇ ਉਹਦਾ ਜਸ ਨਹੀਂ ਲਿਖਿਆ ਜਾ ਸਕਦਾ, ਉੱਥੇ ਇੱਕ ਜ਼ਬਾਨ ਦੇ ਨਾਲ ਉਹਦਾ ਜਸ ਕਿਵੇਂ ਬਿਆਨ ਕੀਤਾ ਜਾ ਸਕਦਾ। ਜਿੱਥੇ ਸਾਰੀ ਧਰਤੀ ਦੇ ਕਾਗਜ਼ ਬਣਾ ਕੇ ਉਹਦੇ ਗੁਣ ਲਿਖ ਲਿਖ ਕੇ ਅੰਤ ਨਹੀਂ ਪਾਇਆ ਜਾ ਸਕਦਾ, ਉੱਥੇ ਇੱਕ ਜ਼ਬਾਨ ਪਰਮਾਤਮਾ ਦੇ ਸਰਬ ਗੁਣਾਂ ਨੂੰ ਕੈਸੇ ਉਚਾਰਨ ਕਰ ਸਕਦੀ ਹੈ। ਪਰ ਫਿਰ ਵੀ ਮਹਾਰਾਜ ਕਹਿੰਦੇ ਗੁਣ ਜ਼ਰੂਰ ਗਾਉਣੇ ਉਹਦੇ, ਭਾਵੇਂ ਇੱਕ ਜ਼ਬਾਨ ਉਹਦੇ ਗੁਣ ਗਾ ਤਾਂ ਨਹੀਂ ਸਕਦੀ, ਉਹਦੇ ਬੇਅੰਤ ਗੁਣਾਂ ਨੂੰ ਉਚਾਰ ਨਹੀਂ ਸਕਦੀ, ਉਹਦੇ ਗੁਣਾਂ ਨੂੰ ਗਾ ਕੇ ਅੰਤ ਤਾਂ ਨਹੀਂ ਪਾ ਸਕਦੀ, ਪਰ ਫਿਰ ਵੀ ਉਹਦੇ ਗੁਣ ਗਾਉਣੇ ਨੇ। ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਸ ਮਨ ਉਪਜਿਓ ਸਗਲੇ ਦੁਖ ਭੁਲਾਇਣ। ਜਿਹੜੇ ਮਨੁੱਖ ਆਪਣੀ ਰਸਨਾ ਨਾਲ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨਗੇ, ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਆਵੇਗੀ, ਰਹਸ ਆਨੰਦ ਉਹਨਾਂ ਦੇ ਜੀਵਨ ਵਿੱਚ ਪੈਦਾ ਹੋ ਜਾਏਗਾ, ਉਹਨਾਂ ਦੇ ਸਰਬ ਦੁੱਖਾਂ ਦਾ ਨਾਸ਼ ਹੋ ਜਾਏਗਾ। ਜਿਹੜੇ ਉਸ ਮਾਲਕ ਦੇ ਗੁਣਾਂ ਨੂੰ ਗਾਇਨ ਕਰਨਗੇ, ਕਿਉਂ ਗੁਣ ਗਾਵਤ ਤੇਰੀ ਉਤਰ ਸਮੈਲ, ਅਗਿਆਨ ਦੀ ਮੈਲ ਉਤਰਦੀ ਹੈ ਜਦੋਂ ਮਾਲਕ ਦੇ ਗੁਣ ਗਾਉਂਦੇ ਆ। ਹਉਮੈ ਦੀ ਮੈਲ ਉਤਰਦੀ ਹੈ, ਅਗਿਆਨਤਾ ਮਿਟਦੀ ਹੈ। ਜਿਉਂ-ਜਿਉਂ ਉਹਦੇ ਗੁਣਾਂ ਦਾ ਪ੍ਰਕਾਸ਼ ਹਿਰਦੇ ਦੇ ਘਰ ਦੇ ਵਿੱਚ ਹੁੰਦਾ ਹੈ, ਤਿਉਂ-ਤਿਉਂ ਹਿਰਦੇ ਦੇ ਘਰ ਵਿੱਚ ਪ੍ਰਕਾਸ਼ ਹੁੰਦਾ ਹੈ, ਚਾਨਣਾ ਹੁੰਦਾ ਹੈ। ਉਸ ਚਾਨਣੇ ਵਿੱਚ ਅਗਿਆਨਤਾ ਦਾ ਨਾਸ਼ ਹੁੰਦਾ ਹੈ। ਉਸ ਚਾਨਣੇ ਦੇ ਅੰਦਰ ਮਨੁੱਖ ਦੀ ਹਉਮੈ ਖਤਮ ਹੁੰਦੀ ਹੈ, ਕਿਉਂਕਿ ਹਉਮੈ ਵੀ ਬੜਾ ਵੱਡਾ ਰੋਗ ਹੈ ਜਿਹੜਾ ਕਰੀਬਨ ਸਾਰਿਆਂ ਨੂੰ ਲੱਗਾ ਹੁੰਦਾ ਹੈ। ਧਾਰਮਿਕ ਦੁਨੀਆ, ਰਾਜਨੀਤਿਕ ਦੁਨੀਆ, ਆਰਥਿਕ ਦੁਨੀਆ, ਸਮਾਜਿਕ ਦੁਨੀਆ ਹੈ, ਹਰ ਪਾਸੇ ਹਉਮੈ। ਹਉਮੈ ਦੀ ਬਿੱਲੀ ਅੱਜ ਤੱਕ ਬਾਹਰ ਨਹੀਂ ਕੱਢ ਸਕੇ। ਮੇਰੇ ਪਾਤਸ਼ਾਹ ਜੀ ਨੇ ਇੱਕ ਦਫਾ ਉਦਾਹਰਣ ਦਿੱਤੀ ਕਿ ਇੱਕ ਖੂਹ ਦੇ ਵਿੱਚ ਬਿੱਲੀ ਡਿੱਗ ਗਈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਚੁੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਹਰੀ ਲਿਖਦੇ ਨੇ, ਬੁਰਹਾਨਪੁਰ ਦੀ ਸੰਗਤ ਨੂੰ ਉਪਦੇਸ਼ ਦਿੱਤਾ ਮਹਾਰਾਜ ਨੇ ਵੀ ਖੂਹ ਵਿੱਚ ਬਿੱਲੀ ਡਿੱਗ ਪਈ ਤੇ ਉਹ ਨਗਰ ਦਾ ਜਿਹੜਾ ਸਿਆਣਾ ਪੁਰਸ਼ ਸੀ ਉਹਦੇ ਕੋਲ ਗਿਆ ਵੀ ਪਾਣੀ ਉਹਦੇ ਵਿੱਚੋਂ ਦੁਰਗੰਧੀ ਆਉਂਦੀ ਆ। ਉਹਨੇ ਆਖਿਆ ਵੀ 1000 ਡੋਲ ਪਾਣੀ ਦੇ ਨਾ ਬਾਹਰ ਕੱਢ ਦੇ ਤੇ ਬਿੱਲੀ ਵੀ ਬਾਹਰ ਕੱਢ ਨਹੀਂ। ਉਹ ਗਿਆ, ਬਿੱਲੀ ਤਾਂ ਭੁੱਲ ਗਿਆ ਕੱਢਣੀ।
1000 ਡੋਲ ਪਾਣੀ ਦੇ ਜ਼ਰੂਰ ਬਾਹਰ ਕੱਢ ਦਿੱਤੇ। ਹੁਣ ਫਿਰ ਉਹਦੇ ਵਿੱਚੋਂ ਦੁਰਗੰਧੀ ਆ ਗਈ। ਉਹਨੇ ਸੋਚਿਆ ਵੀ ਸ਼ਾਇਦ ਕੁਛ ਤਾਂ ਕੁਛ ਰਹਿ ਗਿਆ। ਪੰਡਤ ਜੀ ਨੇ ਸੱਚੀ ਗੱਲ ਮੈਨੂੰ ਦੱਸੀ ਨਹੀਂ। ਫਿਰ ਆਇਆ ਜੀ, ਕਹਿੰਦਾ ਮਹਾਰਾਜ ਤੁਸੀਂ 1000 ਡੋਲ ਕਹੇ ਸਾਨੂੰ ਤਾਂ ਕੱਢ ਦਿੱਤੇ ਨੇ, ਪਾਣੀ ਅਜੇ ਵੀ ਦੁਰਗੰਧੀ ਵਾਲਾ। ਉਹਨੇ ਸੋਚਿਆ ਵੀ ਸ਼ਾਇਦ ਜ਼ਿਆਦੀ ਦੁਰਗੰਧੀ ਹੋਵੇਗੀ ਬਿੱਲੀ ਦੀ। ਆਖਿਆ ਜੀ 1 ਲੱਖ ਡੋਲ ਹੋਰ ਕੱਢ ਦੇ ਵਿੱਚੋਂ, ਖੂਹ ਦਾ ਪਾਣੀ ਸਾਫ਼ ਹੋ ਜਾਏਗਾ। ਉਹਨੇ 1 ਲੱਖ ਡੋਲ ਫਿਰ ਕੱਢ ਮਾਰਿਆ, ਪਰ ਅਜੇ ਵੀ ਪਾਣੀ ਵਿੱਚ ਦੁਰਗੰਧੀ। ਫਿਰ ਆ ਗਿਆ, ਕਹਿੰਦਾ ਜੀ 1 ਲੱਖ ਡੋਲ ਪਾਣੀ ਦਾ ਕੱਢ ਦਿੱਤਾ, ਪਰ ਹਲੇ ਪਾਣੀ ਸਾਫ਼ ਨਹੀਂ ਹੋਇਆ, ਅਜੇ ਵੀ ਦੁਰਗੰਧੀ। ਉਹ ਕਹਿਣ ਲੱਗਾ ਵੀ ਇਸ ਤਰ੍ਹਾਂ ਵੀ ਮੈਂ ਤੇਰੇ ਨਾਲ ਚੱਲਦਾ। ਜਦੋਂ ਉੱਥੇ ਆਇਆ ਉਹਨੇ ਖੂਹ 'ਚ ਝਾਤੀ ਮਾਰੀ ਤੇ ਬਿੱਲੀ ਵਿੱਚ ਸੀ। ਆਖਣ ਲੱਗਾ ਤੈਨੂੰ ਮੈਂ ਕਿਹਾ ਸੀ ਵੀ ਪਾਣੀ ਦੇ 1000 ਡੋਲ ਕੱਢੀ ਤੇ ਬਿੱਲੀ ਕੱਢ ਦੇਈ। ਬਿੱਲੀ ਤਾਂ ਕੱਢੀ ਨਹੀਂ, ਪਾਣੀ ਦੇ 1000 ਡੋਲ ਕੱਢ ਦਿੱਤੇ। ਜਿੰਨੀ ਦੇਰ ਤੱਕ ਬਿੱਲੀ ਬਾਹਰ ਨਹੀਂ ਨਾ ਕੱਢਦਾ ਓਨੀ ਦੇਰ ਤੱਕ ਤੇਰਾ ਖੂਹ ਦਾ ਪਾਣੀ ਸਵੱਛ ਨਹੀਂ ਹੋ ਸਕਦਾ। ਸਾਡੇ ਕਰਮ ਮੈਲੇ ਰਹਿਣਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਿਤਨੀ ਦੇਰ ਤੱਕ ਹਉਮੈ ਅੰਦਰੋਂ ਬਾਹਰ ਨਹੀਂ ਕੱਢਦੇ, ਭਾਵੇਂ ਤੁਸੀਂ ਧਰਮ ਦਾ ਕਰਮ ਕਰ ਰਹੇ ਹੋ, ਜੇ ਜਣਾ ਰਹੇ ਹੋ ਕਿ ਮੈਂ ਕਰਤਾ ਹਾਂ, ਮੈਂ ਕੀਤਾ ਹੈ, ਉਹ ਕਰਮ ਲੇਖੇ ਨਹੀਂ ਪੈਂਦਾ। ਖਿਮਾ ਕਰਿਓ, ਕਰਮ ਉਹੀ ਲੇਖੇ ਪਏਗਾ ਜਦੋਂ ਬਾਣੀ ਪੜ੍ਹ ਕੇ ਸਿੱਖ ਅਰਦਾਸ ਕਰੇਗਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੈ ਮੇਰਾ। ਇਹ ਨਹੀਂ ਵੀ ਗੱਡੀ ਗੁਰੂ ਨੇ ਦਿੱਤੀ, ਵੀ ਗੱਡੀ ਗੁਰੂ ਦੀ, ਘਰ ਵੀ ਗੁਰੂ ਦਾ। ਗੱਲ ਇਹ ਨਹੀਂ। ਜੇ ਮੈਂ ਬਾਣੀ ਪੜ੍ਹੀ ਮੇਰੇ ਸਤਿਗੁਰੂ, ਇਹ ਬਾਣੀ ਤੁਸੀਂ ਆਪ ਪੜ੍ਹਾਈ ਹੈ ਤੇ ਪੜ੍ਹੀ ਹੋਈ ਬਾਣੀ ਤੁਹਾਡੇ ਚਰਨਾਂ 'ਚ ਭੇਟ ਕਰਕੇ ਚੱਲਿਆ, ਕਿਉਂਕਿ ਇਹ ਵੀ ਤੁਹਾਡੀ ਹੈ। ਮਹਾਰਾਜ ਜੀ ਕਹਿੰਦੇ ਨੇ ਆਪੇ ਜਲ ਆਪੇ ਮੀਨਾ। ਉਹ ਜਲ ਵੀ ਆਪ ਤੇ ਮੱਛੀ ਵੀ ਆਪ, ਪ੍ਰਭੂ ਰੂਪੀ ਸਾਗਰ ਵੀ ਆਪ ਹੈ, ਸੇਵਕ ਰੂਪੀ ਉਹ ਮੱਛੀ ਵੀ ਆਪ ਹੈ। ਇੱਕ ਪਾਸੇ ਨਾਮ ਜਪਾ ਰਹੇ ਹੈ, ਜਪ ਵੀ ਆਪ ਰਹੇ ਹੈ। ਫਿਰ ਮੇਰਾ ਬਮਾਨ ਕਿੱਥੇ ਕਿ ਮੈਂ ਜਪਦਾ ਹਾਂ। ਸਤਿਗੁਰੂ ਕਹਿੰਦੇ ਅਰਦਾਸ ਕਰਿਆ ਕਰੋ, ਸਤਿਗੁਰੂ ਤੁਹਾਡਾ ਤੁਹਾਡੇ ਚਰਨਾਂ 'ਚ ਸੌਂਪ ਦਿੱਤਾ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਤਾਂ ਕਹਿੰਦੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਤਾਂ ਤੁਹਾਡਾ ਤਰਸ ਹੋਇਆ ਮਹਾਰਾਜ, ਤੁਸੀਂ ਦਇਆ ਕੀਤੀ ਮੇਰੇ ਉੱਪਰ। ਜਿਹਵਾ ਏਕ ਕਵਨ ਗੁਣ ਕਹੀ ਹੈ, ਮੇਰੀ ਜ਼ਬਾਨ ਇੱਕ ਹੈ, ਮੈਂ ਇੱਕ ਜ਼ਬਾਨ ਦੇ ਨਾਲ ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ। ਹਾਂਜੀ, ਬੇਸਮਾਰ ਬੇਅੰਤ ਸੁਆਮੀ ਤੇਰਾ ਅੰਤ ਨ ਕਿਨਹੀ ਲਈਐ। ਵਾਹਿਗੁਰੂ ਤੁਸੀਂ ਬੇਸੁਮਾਰ ਹੋ, ਤੁਹਾਡਾ ਕੋਈ ਸ਼ੁਮਾਰ ਨਹੀਂ, ਕੋਈ ਹੱਦਬੰਦੀ ਨਹੀਂ, ਵਿਆਪਕ ਹੈ, ਜ਼ਰੇ ਜ਼ਰੇ ਵਿੱਚ ਉਹ ਵਸਿਆ ਹੋਇਆ। ਅੰਤ ਤੋਂ ਰਹਿਤ ਹੋ ਸੁਆਮੀ, ਸਾਰਿਆਂ ਦੇ ਮਾਲਕ ਹੋ, ਤੇਰੋ ਅੰਤ ਨਾ ਕਿਨਹੀ ਲਈਐ। ਤੁਹਾਡਾ ਅੰਤ ਨਹੀਂ ਕਿਸੇ ਨੇ ਅੱਜ ਤਾਈਂ ਪ੍ਰਾਪਤ ਕੀਤਾ। ਜਿਹੜੇ ਤੁਹਾਡੇ ਅੰਤ ਨੂੰ ਪਾਣ ਗਏ ਨੇ ਆਪ ਹੀ ਡੁੱਬ ਗਏ। ਜਿਵੇਂ ਕਵੀ ਜੀ ਲਿਖਦੇ ਨੇ ਕਿ ਨਦੀ ਦੇ ਕੰਢੇ ਤੇ ਮੇਲਾ ਲੱਗਿਆ ਤੇ ਲੂਣ ਦੀ ਇੱਕ ਪੁਤਲੀ ਕਹਿੰਦੀ ਵੀ ਮੈਂ ਜਾ ਕੇ ਵੇਖਦੀ ਆ ਵੀ ਸਮੁੰਦਰ ਕਿੰਨਾ ਕੁ ਡੂੰਘਾ ਹੈ। ਉਹ ਗਈ, ਉਹਨੇ ਛਾਲ ਮਾਰੀ ਵਿੱਚ ਤੇ ਵਾਪਸ ਨਹੀਂ ਆਈ। ਦੂਸਰੀ ਮਗਰੇ ਮਗਰੇ, ਉਹ ਝੂਠੀ ਸੀ, ਉਹਦੇ ਕੋਲੋਂ ਸਮੁੰਦਰ ਨਾਪਿਆ ਨਹੀਂ ਗਿਆ ਤੇ ਮੈਂ ਜਾਣੀ ਆ। ਮੈਂ ਜਾ ਕੇ, ਇਹ ਕੋਈ ਬੱਚਾ ਸ਼ਰਾਰਤ ਕਰਦਾ ਲਾਈਟ ਮਾਰਦਾ। ਦੂਸਰੀ ਜਿਹੜੀ ਸੀ ਉਹਨੇ ਆਖਿਆ ਵੀ ਮੈਂ ਦੇਖਦੀ ਆ। ਜਦੋਂ ਉਹ ਗਈ ਤੇ ਉਹ ਵੀ ਵਿੱਚ ਹੀ ਰਲ ਗਈ। ਜਿਹੜੀ ਉਹਨਾਂ ਦੀ ਜਥੇਦਾਰ ਸੀ ਉਹਨੇ ਆਖਿਆ ਵੀ ਇਹਨਾਂ ਕੋਲੋਂ ਸਮੁੰਦਰ ਨਾਪਿਆ ਨਹੀਂ ਗਿਆ, ਵੀ ਚਲੋ ਮੈਂ ਜਾਣੀ ਆ, ਮੈਂ ਜਾ ਕੇ ਸਮੁੰਦਰ ਦੀ ਥਾਹ ਲੈ ਕੇ ਆਨੀ ਆ। ਗਈ ਪੁਤਲੀ ਲੋਨ ਕੀ, ਲੂਣ ਦੀ ਪੁਤਲੀ ਗਈ ਥਾਹ ਸਮੁੰਦਰ ਕੀ ਲੈਣ, ਸਮੁੰਦਰ ਦੀ ਥਾਹ ਲੈਣ ਵਾਸਤੇ ਗਈ ਵੀ ਮੈਂ ਜਾ ਕੇ ਸਮੁੰਦਰ ਦਾ ਅੰਤ ਵੇਖ ਕੇ ਆਉਣੀ ਆ ਵੀ ਕਿੱਡਾ ਕੁ ਵੱਡਾ ਹੈ, ਕਿੱਥੇ ਤੱਕ ਹੈ। ਪਰ ਕਵੀ ਜੀ ਕਹਿੰਦੇ ਅੱਜ ਤੱਕ ਨਹੀਂ ਬੁੜੀਆਂ ਲੂਣ ਦੀਆਂ ਪੁਤਲੀਆਂ। ਕਿਉਂ? ਸਮੁੰਦਰ ਦੇ ਵਿੱਚ ਪਾਣੀ ਹੋ ਗਿਆ ਤਾਂ ਨਹੀਂ ਮਰੀਆਂ। ਜਿਹੜੇ ਅੰਤ ਪਾਣ ਵਾਸਤੇ ਗਏ ਸਨ ਉਹਨਾਂ ਦਾ ਆਪਣਾ ਅੰਤ ਹੋ ਗਿਆ, ਉਹ ਪਰਮੇਸ਼ਰ ਦਾ ਅੰਤ ਨਹੀਂ ਜੇ ਪਾ ਸਕੇ। ਬ੍ਰਹਮਾ ਵਰਗਿਆਂ ਨੇ ਅੰਤ ਨਹੀਂ ਪਾਇਆ, ਬਾਕੀ ਤਾਂ ਕਿਸੇ ਨੇ ਕੀ ਅੰਤ ਪਾਉਣਾ।
ਮਹਾਰਾਜ ਜੀ ਕਹਿੰਦੇ ਨੇ ਤੇਰੋ ਅੰਤ ਨਾ ਕਿਨਹੀ ਲਹੀ ਹੈ, ਤੇਰਾ ਅੰਤ ਨਹੀਂ ਵਾਹਿਗੁਰੂ ਅੱਜ ਤਾਈਂ ਕਿਸੇ ਨੇ ਪਾਇਆ। ਫਿਰ ਕੀ ਕਰਨਾ ਚਾਹੀਦਾ ਹੈ? ਮਹਾਰਾਜ ਜੀ ਕਹਿੰਦੇ ਉਹਨੂੰ ਬੇਅੰਤ 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 ਕਹਿ ਕੇ ਉਚਾਰਨਾ ਚਾਹੀਦਾ ਹੈ। ਕਲਗੀਧਰ ਜੀ ਅਕਾਲ ਉਸਤਤ ਵਿੱਚ ਕਹਿੰਦੇ ਨੇ ਉਹਨੂੰ ਬੇਅੰਤ ਆਖੋ। ਜਦੋਂ ਤੁਸੀਂ ਬੇਅੰਤ ਆਖੋਗੇ, ਵਾਰ-ਵਾਰ ਜਪੋਗੇ, ਬੇਅੰਤ ਦਾ ਹੀ ਰੂਪ ਹੋ ਜਾਓਗੇ, ਉਸੇ ਦੇ ਵਿੱਚ ਹੀ ਸਮਾ ਜਾਓਗੇ। ਹਾਂਜੀ ਰਹਾਉ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਵਾਹਿਗੁਰੂ ਸਾਡੇ ਜਿਹੜੇ ਅਪਰਾਧ ਨੇ, ਸਾਡੇ ਪਾਪ ਨੇ, ਇਹ ਕਰੋੜਾਂ ਨੇ, ਇੱਕ ਨਹੀਂ, ਕਈ ਜਨਮਾਂ ਦੇ ਪਾਪ ਅਸੀਂ ਇਕੱਠੇ ਕੀਤੇ ਹੋਏ। ਮਿਹਰਾਮਤ ਕਰਕੇ ਸਾਡੇ ਜਿਤਨੇ ਵੀ ਪਾਪ ਨੇ, ਇਹਨਾਂ ਪਾਪਾਂ ਨੂੰ ਤੁਸੀਂ ਨਾਸ਼ ਕਰ ਦਿਓ। ਅਨੇਕਾਂ ਵਿਧੀਆਂ ਦੁਆਰਾ ਸਾਨੂੰ ਸਮਝਾ ਦਿਓ। ਜਿਸ ਤਰ੍ਹਾਂ ਸਾਨੂੰ ਸੋਝੀ ਪਏ ਉਵੇਂ ਸਾਨੂੰ ਸੋਝੀ ਪਾ ਦੇ। ਬਾਂਹ ਤੁਸੀਂ ਪਕੜੀ ਹੈ, ਤੁਸੀਂ ਦੇਖੋ ਵੀ ਤਾਰਨਾ ਕਿਵੇਂ ਹੈ। ਅਬ ਹਮ ਚਲੀ ਠਾਕੁਰ ਪਹਿਆਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ। ਹੁਣ ਤਾਂ ਤੁਹਾਡੀ ਸ਼ਰਨ ਆ ਗਏ, ਆਪਾਂ ਸਭ ਕੁਝ ਹਾਰ ਦਿੱਤਾ। ਬਲਿਹਾਰ ਸ਼ਬਦ ਬਾਣੀ 'ਚ ਬਾਰ-ਬਾਰ ਸੁਣਦੇ ਹੋ, ਪੜ੍ਹਦੇ ਹੋ। ਇਹਦਾ ਭਾਵ ਮੇਰਾ ਬਲ ਹਾਰ ਗਿਆ, ਮੇਰੀ ਤਾਕਤ ਖਤਮ ਹੈ ਮਹਾਰਾਜ। ਹੁਣ ਮੈਂ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਸਾਰੇ ਦਰ ਛੱਡ ਕੇ ਤੁਹਾਡਾ ਦਰ ਫੜ ਲਿਆ। ਹੁਣ ਅਨੇਕਾਂ ਵਿਧੀਆਂ ਨਾਲ ਮੈਨੂੰ ਸਮਝਾ ਦਿਓ, ਜਿਵੇਂ ਮੈਨੂੰ ਸਮਝ ਆਏ, ਜਿਵੇਂ ਮੇਰਾ ਭਲਾ ਹੋਵੇ, ਮੇਰਾ ਭਲਾ ਕਰ ਦਿਓ। ਹਾਂਜੀ ਹਮ ਅਗਿਆਨ ਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਕਿਉਂਕਿ ਅਸੀਂ ਅਗਿਆਨੀ ਜੀਵ ਹਾਂ। ਸਾਡਾ ਹਿਰਦਾ, ਸਾਡਾ ਮਨ, ਸਾਡੀ ਬੁੱਧੀ, ਸਾਡਾ ਚਿੱਤ ਅਗਿਆਨਤਾ ਦੇ ਨਾਲ ਭਰਿਆ ਹੋਇਆ। ਅਲਪ ਮਤ ਥੋੜੀ ਮਤ, ਸਾਡੀ ਬੁੱਧੀ ਵੀ ਅਲਪ ਥੋੜੀ ਜੀ ਹੈ, ਇਹਨੂੰ ਸਮਝ ਨਹੀਂ ਆਉਂਦੀ। ਤੇ ਆਪ ਕਿਰਪਾ ਕਰਕੇ ਆਪਣੇ ਬਿਰਦ ਦੀ ਰੱਖਿਆ ਕਰੋ। ਮਹਾਰਾਜ ਸਾਡੇ ਗੁਣ, ਸਾਡੇ ਔਗਣ ਨਾ ਚਿਤਾਰਿਓ। ਇਸ ਪੰਕਤੀ ਦਾ ਜਿਹੜਾ ਭਾਵ ਹੈ ਨਾ, ਮੈਂ ਅਗਿਆਨੀ ਹਾਂ, ਤੁਸੀਂ ਸਮਝਾਉਂਦੇ ਮੈਨੂੰ ਸਮਝ ਨਹੀਂ ਆਉਂਦੀ, ਕਿਉਂਕਿ ਮੇਰੀ ਮਤ ਤੁੱਛ ਹੈ। ਤੁਹਾਡੀ ਮਹਾਨ ਗੱਲ ਮੇਰੀ ਤੁੱਛ ਮਤ ਦੇ ਅੰਦਰ ਕੈਸੇ ਉਹਨੂੰ ਸੋਝੀ ਪੈ ਸਕਦੀ ਹੈ? ਮਹਾਰਾਜ ਜੀ ਕਹਿੰਦੇ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਤੁਸੀਂ ਸਮਰੱਥ ਹੋ, ਵੱਡੇ ਹੋ, ਮੇਰੀ ਮਤ ਛੋਟੀ ਜੀ ਹੈ, ਮੈਨੂੰ ਨਹੀਂ ਸਮਝ ਆਉਂਦੀ। ਹਮ ਅੰਧਲੇ ਅੰਧ ਵਿਖੈ ਬਿਖਰਾਤੇ, ਕਿਉ ਚਾਲਹਿ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਅਸੀਂ ਤਾਂ ਮਹਾਰਾਜ ਅੰਨੇ ਹਾਂ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚਾਲਹਿ ਮਾਰਗ ਪੰਥਾ। ਅੰਨੇ ਹਾਂ, ਗਿਆਨ ਤੋਂ ਹੀਣੇ ਆ। ਜਿਹੜਾ ਪੰਥ ਰਾਹ ਤੁਸੀਂ ਦੱਸਦੇ ਹੋ, ਮੈਂ ਕੈਸੇ ਉਸ ਪੰਥ ਤੇ ਚੱਲ ਸਕਦਾ ਆ? ਜਦੋਂ ਮੇਰੇ ਪਾਸ ਪੈਰ ਹੀ ਨਹੀਂ ਚੱਲਣ ਲਈ, ਮੈਂ ਕਿਵੇਂ ਚੱਲਾਂਗਾ? ਮੇਰੇ ਪਾਸ ਵੇਖਣ ਲਈ ਅੱਖਾਂ ਨਹੀਂ, ਮੈਂ ਕੈਸੇ ਵੇਖਾਂਗਾ? ਮਹਾਂਪੁਰਸ਼ ਕਹਿੰਦੇ ਨੇ ਸ਼ਰਧਾ ਪੈਰ ਹੁੰਦੇ ਨੇ, ਗਿਆਨ ਅੱਖਾਂ ਹੁੰਦੀਆਂ ਨੇ। ਅੱਖਾਂ ਨਾਲ ਵੇਖ ਕੇ ਪੈਰਾਂ ਨਾਲ ਚੱਲੀਦਾ। ਜੇ ਤੁਹਾਡੇ ਕੋਲ ਕੱਲਾ ਗਿਆਨ ਹੈ ਤੇ ਸ਼ਰਧਾ ਨਹੀਂ, ਅੱਜ ਤੱਕ ਜਿਹੜਾ ਪ੍ਰਚਾਰ ਹੋ ਰਿਹਾ ਨਾਸਤਿਕਤਾ ਦੀ ਹੋ ਰਿਹਾ। ਗਿਆਨ ਗਿਆਨ ਦੀ ਰੱਟ ਸਭ ਨੇ ਲਾਈ, ਸਭ ਨੇ ਲਾਈ ਹੈ। ਉਹ ਗਿਆਨ ਨਹੀਂ, ਖਾਲਸਾ ਜੀ ਅਗਿਆਨ ਹੈ। ਜਿਹੜਾ ਮੇਰਾ ਹੈ ਉਹ ਅਗਿਆਨ ਹੈ, ਜਿਹੜਾ ਗੁਰੂ ਦਾ ਹੈ ਉਹ ਗਿਆਨ ਹੈ। ਗਿਆਨ ਕਿਹਨੂੰ ਕਹਿੰਦੇ ਨੇ? ਕਿਸੇ ਚੀਜ਼ ਨੂੰ ਯਥਾਰਥ ਰੂਪ ਵਿੱਚ ਜਾਣਨਾ, ਉਹਨੂੰ ਗਿਆਨ ਕਹਿੰਦੇ ਨੇ। ਮੈਂ ਗਿਆਨ ਗਿਆਨ ਦਾ ਢੋਂਗ ਤਾਂ ਰੋਜ਼ ਰਚਦਾ ਆ, ਗਿਆਨ ਗਾਨ ਬਾਰ-ਬਾਰ ਕਹਿੰਦਾ। ਹੈ ਕੀ ਗਿਆਨ? ਗਿਆਨ ਹੈ ਕਿਸੇ ਚੀਜ਼ ਨੂੰ ਯਥਾਰਥ ਸਮਝ ਲੈਣਾ, ਜੈਸੀ ਹੈ ਵੈਸੀ ਸੋਝੀ ਪੈ ਜਾਣੀ। ਜੈਸਾ ਪਰਮਾਤਮਾ ਹੈ, ਜਿਹਨੂੰ ਸੋਝੀ ਪੈ ਗਈ ਹੈ, ਉਹ ਕੈਸਾ ਹੈ? ਉਹ ਕਹਿੰਦਾ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ, ਜਿਹੋ ਜਿਹਾ ਤੂੰ ਹੈ ਉਹੋ ਜਿਹਾ ਤੂੰ ਹੀ ਹੈ। ਜਿਹਨੂੰ ਸੋਝੀ ਪੈ ਗਈ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਅਸੀਂ ਗਿਆਨ ਦੀ ਰੱਟ ਤਾਂ ਰੋਜ਼ ਲਾਉਨੇ, ਬੜਾ ਪ੍ਰਚਾਰ ਹੁੰਦਾ ਅੱਜ ਕੱਲ। ਇਹ ਗਿਆਨ ਨਹੀਂ, ਅਗਿਆਨ। ਮੇਰਾ ਅਗਿਆਨ, ਗੁਰੂ ਦਾ ਗਿਆਨ, ਇਹ ਹਮੇਸ਼ਾ ਸਮਝਿਓ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗਿਆਨ ਗੁਰੂ ਬਣਾ ਕੇ ਰੱਖ ਦਿੱਤਾ। ਮੈਨੂੰ ਖਿਮਾ ਕਰਿਓ, ਮੇਰਾ ਸਮਾਂ ਵੀ ਕਰੀਬਨ ਹੋਣ ਵਾਲਾ ਹੈ। ਮੈਂ ਗੁਰੂ ਨੂੰ ਕੇਵਲ ਗਿਆਨ ਗੁਰੂ ਬਣਾ ਕੇ ਰੱਖ ਦਿੱਤਾ। ਅੱਜ ਇਹੀ ਪ੍ਰਚਾਰ ਹੋ ਰਿਹਾ ਨਾ। ਕਦੇ ਗੁਰੂ ਦੀ ਵੀ ਸੁਣੀ ਕਿ ਗੁਰੂ ਕੀ ਕਹਿੰਦਾ ਹੈ? ਸਤਿਗੁਰ ਜਾਗਤਾ ਹੈ ਦੇਉ, ਮੇਰਾ ਗੁਰੂ ਤਾਂ ਜਾਗਦਾ। ਰੋਜ਼ ਦੋਹਰਾ ਪੜ੍ਹਦੇ ਆਂ, ਪ੍ਰਗਟ ਗੁਰਾ ਕੀ ਦੇ। ਇਹ ਪ੍ਰਤੱਖ ਗੁਰੂ ਦਾ ਸਰੂਪ ਹੈ। ਦੇ ਸਰੂਪ ਨੂੰ ਕਹਿੰਦੇ ਨੇ। ਮੇਰੇ ਗੁਰੂ ਦਾ ਸਰੂਪ, ਮੇਰੇ ਗੁਰੂ ਦੀ ਦੇਹੀ ਪ੍ਰਤੱਖ ਹੈ।
ਗਿਆਨ ਗਿਆਨ ਦੀ ਰੱਟ ਲਾਣ ਵਾਲੇ ਇਹ ਤੋਤਾ ਰਟਨ ਰਟਦੇ ਨੇ। ਜਿਹੜਾ ਪ੍ਰਤੱਖ ਹੋਵੇ ਚੰਦੋਆ ਉਹਦੇ ਸਿਰ ਤੇ ਝੂਲਦਾ ਹੈ, ਜਿਹੜਾ ਪ੍ਰਤੱਖ ਹੋਵੇ ਚੌਰ ਉਹਦੇ ਸਿਰ ਤੇ ਝੂਲਦਾ ਹੈ, ਜਿਹੜਾ ਜਾਗਦਾ ਹੋਵੇ ਮੱਥੇ ਉਹਨੂੰ ਟੇਕੇ ਜਾਂਦੇ ਨੇ, ਜਿਹੜਾ ਜਾਗਦਾ ਹੋਵੇ ਜਿਉਂਦਾ ਹੋਵੇ ਗਿਆਨ ਉਹੀ ਦਿੰਦਾ ਹੈ। ਤੇ ਖਾਲਸਾ ਜੀ ਅਸੀਂ ਕੇਵਲ ਗੁਰੂ ਨੂੰ ਗਿਆਨ ਗੁਰੂ ਕਹਿ ਦਿੱਤਾ ਤੇ ਗੱਲ ਖਤਮ ਕਰ ਦਿੱਤੀ। ਗਿਆਨ ਤਾਂ ਤੁਹਾਨੂੰ ਦੁਨੀਆ ਦੀਆਂ ਪੋਥੀਆਂ ਵਿੱਚੋਂ ਵੀ ਮਿਲ ਜਾਏਗਾ। ਗੁਰਮੁਖੋ ਗੁਰੂ ਦੇ ਚਰਨਾਂ ਵਿੱਚੋਂ ਬ੍ਰਹਮ ਦਾ ਗਿਆਨ ਮਿਲਦਾ ਹੈ, ਜਿਹੜਾ ਸਾਨੂੰ ਪਰਮੇਸ਼ਰ ਦਾ ਗਿਆਨ ਕਰਾਉਂਦਾ ਹੈ। ਗਿਆਨ ਗਿਆਨ ਕਹੈ ਸਭ ਕੋਈ, ਗਿਆਨ ਗਿਆਨ ਹਰ ਕੋਈ ਕਹਿੰਦਾ ਹੈ, ਪਰ ਗਿਆਨ ਗਿਆਨ ਨਾਲ ਗੱਲਾਂ ਨਹੀਂ ਬਣਦੀਆਂ। ਮਨੁੱਖ ਦਾ ਗਿਆਨ ਤਾਂ ਛੱਪੜੀ ਹੈ, ਜਿਵੇਂ ਛੱਪੜ ਦਾ ਪਾਣੀ ਗੰਦਾ ਹੋ ਜਾਂਦਾ ਹੈ, ਮਨੁੱਖ ਦਾ ਗਿਆਨ ਵੀ ਗੰਧਲਾ ਹੈ। ਗੁਰੂ ਦਾ ਗਿਆਨ ਸਾਗਰ ਹੈ, ਸਮੁੰਦਰ ਹੈ, ਜਿਸ ਹਿਰਦੇ ਵਿੱਚ ਕਿਤੇ ਪ੍ਰਗਟ ਹੋ ਜਾਏ ਉਸ ਹਿਰਦੇ ਦੀ ਜਨਮਾਂ ਜਨਮਾਂਤਰਾਂ ਦੀ ਮੈਲ ਉਤਾਰ ਦਿੰਦਾ ਹੈ। ਉੱਥੇ ਤਾਂ ਪ੍ਰਮਾਤਮਾ ਵੀ ਆ ਜਾਂਦਾ ਹੈ ਜਿੱਥੇ ਗਿਆਨ ਆਉਂਦਾ ਹੈ। ਮਹਾਂਪੁਰਸ਼ ਕਹਿੰਦੇ ਸੂਰਜ ਆਕਾਸ਼ ਵਿੱਚ ਚੜ੍ਹੇ ਤੇ ਕਿਰਨਾਂ ਮੇਰੇ ਘਰ ਵਿੱਚ ਆ ਗਈਆਂ। ਸੂਰਜ ਚੜ੍ਹਿਆ ਤੇ ਕਿਰਨਾਂ ਆਈਆਂ ਨੇ ਨਾ, ਰੱਬ ਆਇਆ ਤਾਂ ਗਿਆਨ ਆਇਆ। ਗਿਆਨ ਪਹਿਲਾਂ ਨਹੀਂ ਆਇਆ, ਉਹਦੇ ਆਉਣ ਦੇ ਨਾਲ ਹੀ ਆਇਆ। ਗਿਆਨ ਰਾਓ ਜਬ ਸੇਜੈ ਆਵੈ ਤਉ ਨਾਨਕ ਭੋਗ ਕਰੇ। ਉਹ ਗਿਆਨ ਦਾ ਸੂਰਜ ਹੈ, ਪਰਮੇਸ਼ਰ ਰਾਜਾ ਹੈ। ਪਰ ਗਿਆਨ ਉਦੋਂ ਆਉਂਦਾ ਹੈ ਜਦੋਂ ਬ੍ਰਹਮ ਆਉਂਦਾ ਹੈ। ਫਿਰ ਕਹਿੰਦੇ ਜੀ ਬ੍ਰਹਮ ਗਿਆਨੀ ਕਾ ਨਾਹੀ ਅੰਤ, ਜਿਨੇ ਜਾਣ ਲਿਆ ਉਹਦਾ ਅੰਤ ਨਹੀਂ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਅਸੀਂ ਅਗਿਆਨ ਮਤੀਏ, ਥੋੜੀ ਮਤ ਵਾਲੇ ਥੋੜੀ ਬੁੱਧੀ ਵਾਲੇ, ਆਪ ਜੀ ਕਿਰਪਾ ਕਰਕੇ ਆਪਣੇ ਬਿਰਧ ਦੀ ਰਖਵਾਲੀ ਕਰੋ। ਹਾਂਜੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਣ ਸੋਹੇਲੇ। ਹੇ ਸਤਿਗੁਰੂ ਮੈਂ ਆਪ ਜੀ ਦੀ ਸ਼ਰਨ ਚੱਲ ਕੇ ਆਇਆ, ਮੈਨੂੰ ਕੇਵਲ ਤੁਹਾਡੀ ਹੀ ਆਸ ਹੈ। ਬਾਕੀ ਸਾਰੀਆਂ ਆਸਾਂ ਝੂਠੀਆਂ ਨੇ, ਆਪਾਂ ਛੱਡ ਦਿੱਤੀਆਂ ਨੇ, ਕੇਵਲ ਤੁਹਾਡੀ ਆਸ ਮਨ ਵਿੱਚ ਹੈ। ਬਾਣੀ ਨੇ ਤਾਂ ਕਹਿ ਦਿੱਤਾ ਜੀ ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਬਿੜਾਣੀ ਆਸ। ਉਹਨਾਂ ਦਾ ਜੀਵਣਾ ਤ੍ਰਿਗ ਸੰਸਾਰ ਵਿੱਚ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਦੀ ਆਸ ਹੁੰਦੀ ਹੈ। ਤਰ ਜੀਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਬਿਡਾਣੀ ਆਸ ਲਾ ਕੇ ਇੱਕ ਗੁਰੂ ਦੀ ਆਸ ਰੱਖ, ਤੇਰੇ ਕਾਰਜ ਰਾਸ ਹੋ ਜਾਣਗੇ। ਅਕਸਰ ਇਹ ਪ੍ਰਚਾਰਿਆ ਜਾਂਦਾ ਹੈ ਰੱਬ ਦੇ ਘਰ ਵਿੱਚ ਦੇਰ ਹੈ ਹਨੇਰ ਨਹੀਂ। ਹੁਣ ਜਦੋਂ ਮੈਂ ਆਪਣੇ ਘਰ ਦਾ ਦਰਵਾਜ਼ਾ ਬੰਦ ਕਰਕੇ ਬੈਠਾ, ਸੂਰਜ ਦਾ ਕਸੂਰ ਥੋੜਾ ਹੈ। ਘਰ ਦੀਆਂ ਖਿੜਕੀਆਂ ਤੇ ਪਰਦੇ ਮੈਂ ਕੀਤੇ ਹੋਏ ਨੇ, ਸੂਰਜ ਦਾ ਕਸੂਰ ਤਾਂ ਕੋਈ ਨਹੀਂ। ਮੈਂ ਆਪਣੇ ਹਿਰਦੇ ਦਾ ਘਰ ਜਿਹੜਾ ਉਹਦਾ ਦਰਵਾਜ਼ਾ ਬੰਦ ਕੀਤਾ ਹੋਇਆ, ਤੇ ਦੇਰੀ ਤਾਂ ਲੱਗਣੀ ਸੀ ਨਾ। ਦੇਰੀ ਵੀ ਮਨੁੱਖ ਵੱਲੋਂ ਹੈ, ਹਨੇਰ ਵੀ ਮਨੁੱਖ ਦੇ ਜੀਵਨ ਵਿੱਚ ਤੇ ਦੇਰ ਵੀ ਮਨੁੱਖ ਦੇ ਜੀਵਨ ਵਿੱਚ ਹੈ। ਸਤਿਗੁਰੂ ਤਾਂ ਇਹੋ ਜਿਹੇ ਦਿਆਲੂ ਕਿਰਪਾਲੂ ਨੇ, ਜਦੋਂ ਕੋਈ ਸ਼ਰਧਾ ਭਾਵ ਰੱਖ ਕੇ ਕੋਲ ਆ ਜਾਂਦਾ ਉਹਨੂੰ ਤਾਰ ਦਿੰਦੇ ਨੇ। ਇੱਕ ਵਪਾਰੀ ਨੂੰ ਤਾਰਿਆ ਪਾਤਸ਼ਾਹ ਨੇ, ਉਹਦੇ ਵੱਟੇ ਸਨ ਸਮਾਨ ਤੋਲਣ ਵਾਲੇ, ਹੱਥ ਵਿੱਚ ਫੜ ਕੇ ਕਦੀ ਸੱਜੇ ਕਦੀ ਖੱਬੇ। ਜਿਹੜਾ ਸਭ ਤੋਂ ਛੋਟਾ ਵੱਟਾ ਸੀ ਨਾ, ਉਹਨੂੰ ਹੱਥ ਵਿੱਚ ਫੜ ਲਿਆ, ਕਦੀ ਸੱਜੇ ਕਦੀ ਖੱਬੇ ਕਰਦੇ ਨੇ। ਧਨ ਇਹ ਪਾਓ ਜਿਨ ਲਗ ਆਪਣਾ ਨਾਮ ਰੱਖਾ। ਇਹ ਭਾਈਏ ਦਾ ਵੱਡਾ ਧਨ ਹੈ, ਜਿਹਨੇ ਨਾਂ ਛੋਟਾ ਰਖਾ ਲਿਆ। ਵੱਡਾ ਤਾਂ ਹਰ ਕੋਈ ਬਣਨਾ ਚਾਹੁੰਦਾ ਨਾ, ਵੀ ਲੋਕ ਮੈਨੂੰ ਵੱਡਾ ਕਹਿਣ, ਮਹਾਨ ਕਹਿਣ, ਬੜਾ ਗੁਣੀ ਗਿਆਨੀ ਹੈ, ਬੜਾ ਮਹਾਨ ਹੈ, ਬੜਾ ਵੱਡਾ ਲੀਡਰ ਜਥੇਦਾਰ ਆਗੂ ਹੈ, ਬੜੀ ਪਹੁੰਚ ਹੈ। ਹਰ ਕੋਈ ਆਪਣੇ ਅਹੰਕਾਰ ਦਾ ਪ੍ਰਗਟਾਵਾ ਕਰਦਾ, ਪਰ ਮਹਿਮਾ ਕਿਹਨਾਂ ਦੀ ਨਿਵੈ ਸੋ ਗੌਰਾ ਹੋਵੇ, ਨਿਮਣ ਵਾਲੇ ਦੀ। ਜਦੋਂ ਮਹਾਰਾਜ ਨੇ ਆਖਿਆ ਵੀ ਪਾਈਆ ਦਾ ਵੱਟਾ ਧਨ ਹੈ, ਜਿਹਨੇ ਨਾਮ ਛੋਟਾ ਰਖਾ ਲਿਆ, ਵਪਾਰੀ ਚਰਨਾਂ ਤੇ ਟਹਿ ਪਿਆ। ਕੋਈ ਮਹਾਂਪੁਰਸ਼ ਲੱਗਦੇ ਨੇ, ਉਹਦੇ ਸਿਰ ਤੇ ਹੱਥ ਰੱਖਿਆ, ਕਪਾਟ ਖੋਲ ਦਿੱਤੇ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਨੇ ਸੇਵਾ ਨਹੀਂ ਕੀਤੀ, ਬਾਣੀ ਨਹੀਂ ਪੜ੍ਹੀ, ਸਿਮਰਨ ਨਹੀਂ ਕੀਤਾ, ਸਤ ਸੰਗਤ ਨਹੀਂ ਕੀਤੀ, ਇੰਨੀ ਛੇਤੀ ਤਾਰ ਦਿੱਤਾ। ਜਾ ਗਤ ਕੋ ਜੋਗੀਸਰ ਬਾਛਤ, ਸੋ ਗਤ ਛਿਨ ਮੈਂ ਪਾਈ। ਜਿਸ ਮੁਕਤੀ ਨੂੰ ਜੋਗੀ ਜਨ, ਜੋਗੀਸਰ ਦਾ ਭਾਵ ਹੁੰਦਾ ਜੋਗੀਆਂ ਦੇ ਈਸਰ ਜਿਹੜੇ ਮਾਲਕ ਸ਼ਿਵ ਜੀ ਨੇ, ਉਹ ਵੀ ਇਸ ਗਤ ਨੂੰ ਪ੍ਰਾਪਤ ਕਰਨ ਦੇ ਲਈ ਤਪ ਸਾਧਦੇ, ਉਹਨਾਂ ਨੂੰ ਨਹੀਂ ਮਿਲਦੀ, ਪਰ ਉਹ ਗਤ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਛਿਨ ਵਿੱਚ ਮਿਲ ਗਈ। ਮਹਾਰਾਜ ਕਹਿੰਦੇ ਨੇ ਮਰਦਾਨਿਆ ਜਿਹੜਾ ਟਹਿ ਪੈਂਦਾ ਉਹ ਸਭ ਕੁਝ ਲੈ ਜਾਂਦਾ। ਇਹਦੇ ਹਿਰਦੇ ਦੇ ਘਰ ਦੇ ਵਿੱਚ
ਦੀਵਾ ਤਿਆਰ ਸੀ, ਬਸ ਆਪਾਂ ਤਾਂ ਚੰਗਿਆੜੀ ਲਾਉਣੀ ਸੀ, ਲਾ ਦਿੱਤੀ ਹੈ। ਗੁਰੂ ਇੰਨਾ ਕੁ ਸਮਰੱਥ ਹੈ, ਜਿਹੜਾ ਆਸ ਰੱਖ ਕੇ ਗੁਰੂ ਕੋਲ ਆਉਂਦਾ, ਫਿਰ ਦੇਰੀ ਗੁਰੂ ਵੱਲੋਂ ਨਹੀਂ ਹੁੰਦੀ। ਸਾਡੇ ਵੱਲੋਂ ਦੇਰੀ ਹੋ ਸਕਦੀ ਵੀ ਦਰਵਾਜ਼ਾ ਆਪਾਂ ਬੰਦ ਕੀਤਾ ਹੋਇਆ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਮੈਂ ਤੇਰੀ ਸ਼ਰਨ ਆਇਆ, ਮੈਨੂੰ ਆਸ ਵੀ ਆਪ ਜੀ ਦੀ ਹੈ, ਤੇ ਤੁਸੀਂ ਹੀ ਸੁਹੇਲੇ ਸੁਖ ਦੇਣ ਵਾਲੇ ਮੇਰੇ ਸੱਜਣ ਹੋ। ਸੱਜਣ ਕੌਣ ਹੈ? ਮਹਾਰਾਜ ਕਹਿੰਦੇ ਜਿਹੜਾ ਦਰਗਾਹ ਤੱਕ ਸਾਥ ਨਿਭੇ। ਅਸੀਂ ਕਹਿੰਦੇ ਹਾਂ ਜੀ ਮਿੱਤਰ ਔਖੇ ਵੇਲੇ ਕੰਮ ਆਉਂਦੇ ਨੇ, ਕੋਈ ਨਹੀਂ ਆਉਂਦਾ। ਤੁਹਾਡੇ ਗੁਰੂ ਤੋਂ ਬਿਨਾਂ ਤੁਹਾਡੇ ਕੰਮ ਕਿਸੇ ਨੇ ਨਹੀਂ ਆਉਣਾ। ਗੁਰੂ ਦਾ ਲੜ ਫੜ ਲਓ, ਦੁਨੀਆ ਦਾ ਲੜ ਛੱਡ ਦਿਓ, ਸਾਰੇ ਡੋਬਣਗੇ। ਇੱਕੋ ਹੀ ਹੈ, ਜਿਹਨੇ ਉਸ ਮਾਲਕ ਦਾ ਲੜ ਫੜ ਲਿਆ ਉਹਨੂੰ ਫਿਰ ਡੁੱਬਣ ਨਹੀਂ ਦਿੰਦਾ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾਰ। ਮਹਾਰਾਜ ਜੀ ਫਰਮਾਨ ਕਰਦੇ ਵਾਹਿਗੁਰੂ ਤੁਸੀਂ ਸੁਖ ਦੇਣ ਵਾਲੇ ਸੱਜਣ ਹੋ। ਕੈਸੇ ਸੱਜਣ? ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੈ ਦਿਸਨ। ਜਿੱਥੇ ਦਰਗਾਹ ਵਿੱਚ ਲੇਖਾ ਮੰਗਿਆ ਜਾਣਾ ਨਾ, ਉੱਥੇ ਕੇਵਲ ਤੁਹਾਨੂੰ ਹਰ ਦਰਗਹਿ ਕਾ ਬਸੀਠ ਇੱਕ ਗੁਰੂ ਹੀ ਖੜਿਆ ਨਜ਼ਰ ਆਉਣਾ, ਬਾਕੀਆਂ ਤਾਂ ਸਾਰਿਆਂ ਨੇ ਭੱਜ ਜਾਣਾ, ਕਿਸੇ ਨੇ ਨਹੀਂ ਉੱਥੇ ਜਾ ਕੇ ਮਦਦ ਕਰਨੀ। ਹਾਂਜੀ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਹੇ ਰਾਖਣ ਹਾਰ ਵਾਹਿਗੁਰੂ। ਰਾਖਣ ਹਾਰ ਦਾ ਭਾਵ ਜੋ ਰੱਖਿਆ ਕਰਨ ਵਾਲਾ ਹੈ। ਕਿਰਪਾ ਕਰਕੇ ਮੈਨੂੰ ਵੀ ਰੱਖ ਲਓ। ਦਇਆਲਾ ਆਪ ਦਇਆ ਦੇ ਘਰ ਹੋ, ਦਇਆ ਦੇ ਸਾਗਰ ਹੋ, ਮੇਰੇ ਗੁਣ ਔਗਣ ਨਾ ਚਿਤਾਰਨਾ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਵਾਹਿਗੁਰੂ ਮੈਂ ਤੇਰੇ ਘਰ ਦਾ ਗੋਲਾ, ਤੇਰੇ ਘਰ ਦਾ ਦਾਸ ਸੇਵਕ ਹਾਂ, ਕਿਰਪਾ ਕਰੋ ਜੀ ਮੇਰੀ ਲਾਜ ਪੱਤ ਰੱਖ ਲਓ। ਸਤਿਗੁਰੂ ਕਿਰਪਾ ਕਰਨ ਜੀ। ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਆ ਵਸੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਸ਼ੁਕਰਾਨਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਮਹਾਨ ਕਿਰਪਾ ਬਖਸ਼ਿਸ਼ ਕਰਕੇ ਪ੍ਰੇਮ ਦੇ ਨਾਲ ਆਪ ਸਮੂਹ ਸੰਗਤਾਂ ਜੁੜ ਕੇ ਬੈਠੇ ਹੋ, ਇਕਾਗਰਤਾ ਬਣਾਈ ਹੈ ਤੇ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਹੈ। ਔਰ ਸਤਿਗੁਰਾਂ ਦਾ ਧੰਨਵਾਦ ਹੈ ਮਹਾਂਪੁਰਸ਼ ਸੰਤ ਬਾਬਾ ਅਰਜਨ ਸਿੰਘ ਜੀ, ਜਿਨ੍ਹਾਂ ਦੇ ਉਦਮ ਸਦਕਾਏ ਹਰ ਸਾਲ ਸਮਾਗਮ ਹੁੰਦੇ ਨੇ, ਨਗਰ ਕੀਰਤਨ ਨਿਕਲਦਾ ਹੈ। ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਵੱਡੇ ਮਹਾਂਪੁਰਖਾਂ ਨੂੰ ਯਾਦ ਕਰਦਿਆਂ ਲਾਹਾ ਦੀ ਪ੍ਰਾਪਤੀ ਕਰਦੀਆਂ ਹਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਗੁਰੂ ਕੇ ਦਰਬਾਰ ਸਜਦੇ ਰਹਿਣ ਤੇ ਸੰਗਤਾਂ ਆਨੰਦ ਲੈਂਦੀਆਂ ਰਹਿਣ। ਆਪ ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਹਾਂਜੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੰਗਤਾਂ ਬੜੇ ਧੰਤਾ ਦੇ ਯੋਗੋ, ਜੋ ਕਿ ਗੁਰੂ ਸਾਹਿਬ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਕੀ ਬਾਣੀ ਦਾ ਆਨੰਦ ਮਾਣ ਰਹੇ ਹੋ। ਨਗਰ ਕੀਰਤਨ ਤੋਂ ਬਾਅਦ ਜੋ ਹੁਕਮਨਾਮਾ ਆਇਆ ਸੀ, ਉਹਨਾਂ ਦੀ ਕਥਾ ਆਪ ਜੀ ਨੂੰ ਅਵਤਾਰ ਸਿੰਘ ਜੀ ਕੈਨੇਡਾ ਵਾਲਿਆਂ ਨੇ ਸਰਵਣ ਕਰਾਈ ਹੈ। ਸੋ ਹੁਣ ਸਿਰਫ 5 ਮਿੰਟ ਵਾਸਤੇ ਭਾਈ ਸੁਖਵਿੰਦਰ ਸਿੰਘ ਜੀ, ਜੋ ਆਪਣੇ ਪਿੰਡ ਲਾਗੇ ਕੌਲੀ ਉੱਥੋਂ ਜਥਾ ਆਇਆ ਹੈ, ਉਹ ਸਿਰਫ 5 ਮਿੰਟ ਵਾਸਤੇ ਉਹ ਇੱਕ ਸ਼ਬਦ ਦੀ ਹਾਜ਼ਰੀ ਭਰ ਕੇ ਆਪ ਜੀ ਨੂੰ ਸਰਵਣ ਕਰਾਉਣਗੇ। ਤੇ ਮੈਂ ਬੇਨਤੀ ਕਰਦਾ ਭਾਈ ਸੁਖਵਿੰਦਰ ਸਿੰਘ ਜੀ ਨੂੰ ਕਿ ਸਾਡੇ ਕੋਲ ਟਾਈਮ ਬਹੁਤ ਘੱਟ ਹੈ, ਸਿਰਫ 5 ਮਿੰਟ ਵਾਸਤੇ